4 ਸਾਲ ਤੋਂ ਉੱਪਰ ਸਮਾਂ ਹੋ ਗਿਆ ਪੰਜਾਬ ਸਰਕਾਰ ਨੂੰ ਬਣੀ ਨੂੰ, ਪਰ ਇਹਦੀ ਕਾਰਗੁਜ਼ਾਰੀ ਤੇ ਕੇਵਲ ਉਹਨਾਂ ਦੇ ਲੋਕਾਂ ਵੱਲੋਂ ਹੀ ਸਵਾਲ ਨਹੀਂ ਉਠਾਏ ਜਾ ਰਹੇ, ਉਹਨਾਂ ਦੇ ਆਪਣੇ ਹੀ ਕਾਂਗਰਸੀ ਮੈਂਬਰ, ਆਪਣੇ ਹੀ ਕਾਂਗਰਸੀ ਵਿਧਾਇਕ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਗਏ ਆ। 4 ਸਾਲਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਇਸ ਕਰਕੇ ਉੱਠਿਆ ਜਾ ਰਿਹਾ ਕਿ ਜਿੰਨੇ ਵਾਅਦੇ ਜੋ ਸਰਕਾਰ ਬਣਾਉਣ ਵੇਲੇ ਕੀਤੇ ਸੀ ਪੰਜਾਬ ਸਰਕਾਰ ਨੇ, ਉਹ ਵਾਅਦੇ ਕਿਸੇ ਵੀ ਤਰੀਕੇ ਨਾਲ ਹਜੇ ਪੂਰੇ ਹੁੰਦੇ ਦਿਸ ਨਹੀਂ ਰਹੇ ਆ। ਕੌਮਾਂਤਰੀ ਪੱਧਰ ਤੇ ਜੇ ਫੈਲਾਇਆ ਆ ਕਿਸਾਨ ਅੰਦੋਲਨ ਨੂੰ ਤੇ ਉਹਦੇ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਹੈ। ਉਹਨਾਂ ਦਾ ਬੱਚਾ OTT ਤੇ ਕੀ ਦੇਖ ਰਿਹਾ, ਕਿਹੋ ਜਿਹਾ ਕੰਟੈਂਟ ਦੇਖ ਰਿਹਾ, ਕਿਦਾਂ ਦਾ ਦੇਖ ਰਿਹਾ, ਤੇ ਉਹਦਾ ਉਹ ਕੰਟਰੋਲ ਦੇਤਾ ਪਏ ਉਹ ਜਿਹੜੇ ਪੇਰੈਂਟਸ ਆ ਉਹਨੂੰ ਲੋਕ ਲਾ ਸਕਣਗੇ ਵੀ ਬੱਚਾ ਇਹ ਚੀਜ਼ਾਂ ਨਾ ਦੇਖੇ। ਸੋਸ਼ਲ ਮੀਡੀਆ ਦੀ ਵੈਸੇ ਦੁਰਵਰਤੋਂ ਰੋਕਣ ਦਾ ਇੱਕ ਚੰਗਾ ਤਰੀਕਾ ਵੀ ਆ ਕਿ ਇਨਸਾਨ ਨੂੰ 100 ਵਾਰ ਸੋਚਣਾ ਪਊਗਾ ਕਿ ਹੁਣ ਮੈਂ ਪੋਸਟ ਪਾਉਣੀ ਕਿੱਦਾਂ ਦੀ ਹੈ। ਅੰਦਰੂਨੀ ਗੱਲ ਇਹ ਨਿਕਲ ਕੇ ਆਈ ਆ ਕਿ ਹੁਣ ਸਰਕਾਰ ਯੂਪੀ ਦੇ ਵਿੱਚ ਹੋ ਰਹੀਆਂ ਮਹਾਪੰਚਾਇਤਾਂ, ਰਾਜਸਥਾਨ, ਹਰਿਆਣੇ 'ਚ ਹੋ ਰਹੀਆਂ, ਉਹਦੇ ਤੋਂ ਪਰੇਸ਼ਾਨ ਹੋ ਗਈ ਜਾਪਦੀ ਆ, ਜਿਹਦੇ ਕਰਕੇ ਉਹਨੇ ਅੰਦਰ ਖਾਤੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਆ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹਾਂ। ਤੁਹਾਡਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਕੈਪਟਨ ਦੀ ਕਪਤਾਨੀ ਤੇ ਕਿਉਂ ਸਵਾਲ ਉੱਠ ਰਹੇ ਨੇ। ਭਾਰਤ ਸਰਕਾਰ ਨੇ ਚੰਗੀ ਤਰ੍ਹਾਂ ਨਕੇਲ ਪਾਉਣ ਦੀ ਤਿਆਰੀ ਕਰ ਲਈ ਹੈ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ। ਉਧਰੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕਿਸ ਚੀਜ਼ ਤੇ ਸਮਝੌਤਾ ਹੋਇਆ ਹੈ, ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਜਵਾਬ ਦੇਣ ਲਈ ਮੇਰੇ ਨਾਲ ਸਾਡੇ ਐਕਸਪਰਟ ਮੌਜੂਦ ਨੇ। ਅਵਤਾਰ ਸਿੰਘ ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ ਸ਼ੇਰਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ। ਧੰਨਵਾਦ ਜੀ ਸ਼ੇਰਗਿੱਲ ਸਾਹਿਬ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿ ਮੁੱਖ ਮੰਤਰੀ ਦੀ ਕਪਤਾਨੀ ਤੇ ਸਵਾਲ ਉੱਠ ਰਹੇ ਨੇ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਇਹ ਸਵਾਲ ਅਜੇ ਨਹੀਂ ਉੱਠੇ ਆ। ਜਿਸ ਸ਼ਖਸ ਨੇ ਸਵਾਲ ਉਠਾਏ ਆ ਉਹ ਅੱਜ ਤੋਂ 1-2 ਸਾਲ ਪਹਿਲਾਂ ਵੀ ਉਠਾਉਂਦਾ ਰਿਹਾ ਆ ਜੀ। 4 ਸਾਲ ਤੋਂ ਉੱਪਰ ਸਮਾਂ ਹੋ ਗਿਆ ਪੰਜਾਬ ਸਰਕਾਰ ਨੂੰ ਬਣੀ ਨੂੰ, ਪਰ ਇਹਦੀ ਕਾਰਗੁਜ਼ਾਰੀ ਤੇ ਕੇਵਲ ਉਹਨਾਂ ਦੇ ਲੋਕਾਂ ਵੱਲੋਂ ਹੀ ਸਵਾਲ ਨਹੀਂ ਉਠਾਏ ਜਾ ਰਹੇ, ਉਹਨਾਂ ਦੇ ਆਪਣੇ ਹੀ ਕਾਂਗਰਸੀ ਮੈਂਬਰ, ਆਪਣੇ ਹੀ ਕਾਂਗਰਸੀ ਵਿਧਾਇਕ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਗਏ ਆ। 4 ਸਾਲਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਇਸ ਕਰਕੇ ਉੱਠਿਆ ਜਾ ਰਿਹਾ ਕਿ ਜਿੰਨੇ ਵਾਅਦੇ ਜੋ ਸਰਕਾਰ ਬਣਾਉਣ ਵੇਲੇ ਕੀਤੇ ਸੀ ਪੰਜਾਬ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਉਹ ਵਾਅਦੇ ਕਿਸੇ ਵੀ ਤਰੀਕੇ ਨਾਲ ਹਜੇ ਪੂਰੇ ਹੁੰਦੇ ਦਿਸ ਨਹੀਂ ਰਹੇ ਆ। ਸਮਾਂ ਰਹਿ ਗਿਆ ਥੋੜ੍ਹਾ, ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਆਗਾਜ਼ ਹੋਣ ਵਾਲਾ ਆ। ਉਸ ਦੌਰਾਨ ਹੀ ਕਿਸਾਨ ਅੰਦੋਲਨ ਜਿਹੜਾ ਸਿਖਰ 'ਤੇ ਆ, ਕਿਸਾਨੀ ਅੰਦੋਲਨ ਦੇ ਵਿੱਚ ਬੇਸ਼ੱਕ ਕਾਂਗਰਸ ਦੀ ਪੂਰੀ ਹਮਾਇਤ ਆ, ਪੰਜਾਬ ਸਰਕਾਰ ਦੀ ਪੂਰੀ ਹਮਾਇਤ ਆ, ਪਰ ਉਹਦੀ ਆਪ ਦੀ ਕਾਰਗੁਜ਼ਾਰੀ ਜਿਹੜੀ ਲੈ ਕੇ ਆ ਉਹ ਬੇਸ਼ੱਕ ਸਵਾਲਾਂ ਦੇ ਘੇਰੇ ਦੇ ਵਿੱਚ ਦੁਬਾਰਾ ਫੇਰ ਆ ਗਈ ਆ। ਮੈਂ ਗੱਲ ਕਰ ਰਿਹਾ ਵਿਧਾਇਕ ਪ੍ਰਗਟ ਸਿੰਘ ਹੋਣਾ ਦੀ, ਜਿਨ੍ਹਾਂ ਨੇ ਪਿਛਲੇ ਸਾਲ ਵੀ ਸਵਾਲ ਉਠਾਇਆ ਸੀ ਕਿ ਕੈਪਟਨ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਵਾਅਦਿਆਂ ਤੇ ਪੂਰੀ ਨਹੀਂ ਉਤਰੀ, ਨਾ ਹੀ ਉਤਰ ਰਹੀ ਆ। ਹੁਣ ਵੀ ਉਹਨਾਂ ਨੇ ਇਹੀ ਕਿਹਾ ਕਿ ਜੋ ਵਾਅਦੇ ਕੀਤੇ ਗਏ ਸੀਗੇ ਉਹ ਪੂਰੇ ਨਹੀਂ ਹੋਏ। ਨਵੇਂ ਸਮੇਂ ਦੇ ਵਿੱਚ ਆਉਣ ਵਾਲੀਆਂ ਚੋਣਾਂ 'ਚ ਅਸੀਂ ਲੋਕਾਂ ਦੇ ਵਿੱਚ ਜਾਣਾ ਆ, ਕਿਸ ਮੂੰਹ ਨਾਲ ਜਾਵਾਂਗੇ, ਕੀ ਗੱਲ ਕਰਾਂਗੇ ਜਾ ਕੇ ਵੀ ਤੁਹਾਡੇ ਨਾਲ ਜਿਹੜੇ ਪਿਛਲੇ 5 ਸਾਲ ਪਹਿਲਾਂ ਵਾਅਦੇ ਕੀਤੇ ਸੀਗੇ ਉਹ ਪੂਰੇ ਕੀਤੇ ਆ ਜਾਂ ਨਹੀਂ ਕੀਤੇ ਆ। ਇਹ ਸਵਾਲ ਇਸ ਕਰਕੇ ਵੀ ਉੱਠਿਆ ਆ ਕਿਉਂਕਿ ਹੁਣ ਨਵੀਆਂ ਚੋਣਾਂ ਦੇ ਵਿੱਚ ਇੱਕ ਵਾਰ ਫੇਰ ਜਦੋਂ ਕਿਹਾ ਗਿਆ ਕਿ ਕੈਪਟਨ ਹੀ ਹੋਣਗੇ ਮੁੱਖ ਮੰਤਰੀ ਦਾ ਚਿਹਰਾ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ, ਉਦੋਂ ਫਿਰ ਸਾਰਿਆਂ ਦੇ ਮੱਥੇ ਠਣਕ ਗਏ ਸੀਗੇ। ਹੁਣ ਗੱਲ ਚੱਲੀ ਸੀ ਕਿ ਸਥਾਨਕ ਚੋਣਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਸੀ ਪੰਜਾਬ ਕਾਂਗਰਸ ਦੀ ਉਹ ਬਹੁਤ ਬਿਹਤਰ ਰਹੀ ਆ। ਸਾਰੀਆਂ ਹੀ ਹੁੰਜਾਂ ਫਿਰ ਇੱਕ ਕਿਸਮ ਨਾਲ ਜਿੱਤ ਹਾਸਲ ਕੀਤੀ ਆ, ਨਿਗਮਾਂ 'ਤੇ ਵੀ, ਨਗਰ ਕੌਂਸਲਾਂ 'ਤੇ ਵੀ, ਪੰਚਾਇਤਾਂ 'ਤੇ ਵੀ। ਉਹਨੂੰ ਲੈ ਕੇ ਜੋਸ਼ ਵਿੱਚ ਆਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹਦੀ ਮੁਹਿੰਮ ਚਲਾਤੀ ਸੀਗੀ ਜੀ, ਕੈਪਟਨ ਫॉर 2022 ਔਰ ਉਹਨਾਂ ਨੇ ਸਾਫ਼ ਸਪਸ਼ਟ ਕਹਿ ਦਿੱਤਾ ਸੀਗਾ ਬਈ ਜਿਹੜੀਆਂ ਆਉਣ ਵਾਲੀਆਂ ਚੋਣਾਂ ਆ ਉਹ ਉਹਦੇ ਜਿਹੜਾ ਚਿਹਰਾ ਹੋਊਗਾ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ। ਹੁਣ ਪ੍ਰਗਟ ਸਿੰਘ ਉਹਨਾਂ ਨੇ ਉਹਦੇ 'ਤੇ ਸਵਾਲ ਕੀਤਾ ਆ ਬਈ ਇਹ ਤਾਂ ਤੁਹਾਡੀ ਨਿੱਜੀ ਰਾਏ ਆ, ਚਿਹਰਾ ਕਿਹਨੂੰ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਇਹ ਤਾਂ ਹਾਈ ਕਮਾਂਡ ਤੈਅ ਕਰਦਾ ਹੁੰਦਾ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਬਿਲਕੁਲ ਨੇੜੇ ਆ, ਇਹਨਾਂ ਦੀ ਬਹੁਤ ਮਿੱਤਰਤਾ ਆ। ਔਰ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਲੱਗਦਾ ਆ ਵੀ ਕਿਸੇ ਮੁਕਾਮ 'ਤੇ ਪਹੁੰਚਣ ਵਾਲਾ ਆ, ਕਿਉਂਕਿ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਆ ਹਰੀਸ਼ ਰਾਵਤ ਹੋਣੀ, ਉਹ ਪਿਛਲੇ ਕਈਆਂ ਦਿਨਾਂ ਤੋਂ ਚੰਡੀਗੜ੍ਹ ਡੇਰੇ ਪਾ ਕੇ ਬੈਠੇ ਹੋਏ ਹਨ। ਉਹਨਾਂ ਨੇ ਕੇਂਦਰ ਤੋਂ ਹਾਈ ਕਮਾਂਡ ਤੋਂ ਸੋਨੀਆ ਗਾਂਧੀ ਦਾ ਸੁਨੇਹਾ ਵੀ ਲੈ ਕੇ ਆਏ ਆ, ਕੈਪਟਨ ਸਾਹਿਬ ਨੂੰ ਵੀ ਦਿੱਤਾ ਤੇ ਨਾਲ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਸਿੱਧੀ ਨਸੀਹਤ ਦਿੱਤੀ ਸੀ
ਵੀ ਜੇ ਕੰਮ ਕਰਨਾ ਤਾਂ ਕੈਪਟਨ ਦੀ ਅਗਵਾਈ 'ਚ ਕਰਨਾ ਪਊਗਾ, ਕੈਪਟਨ ਦੇ ਨਾਲ ਮਿਲ ਕੇ ਕੰਮ ਕਰਨਾ ਪਊਗਾ। ਉਹਨਾਂ ਦੇ ਇਸ ਮੁਕਾਮ ਤੇ ਜਦੋਂ ਮਸਲਾ ਹੱਲ ਹੁੰਦਾ ਦਿਸਦਾ ਆ ਨਵਜੋਤ ਸਿੰਘ ਸਿੱਧੂ ਦਾ, ਤੇ ਇਹੋ ਜਿਹੇ ਸਵਾਲ ਉੱਠਣ ਲੱਗੇ ਦੁਬਾਰਾ, ਤਾਂ ਫਿਰ ਕਾਂਗਰਸ ਦੇ ਵਿੱਚ ਇੱਕ ਵਾਰ ਫੇਰ ਆਪਣੇ ਅੰਦਰੂਨੀ ਨਾਰਾਜ਼ਗੀ ਜਗ ਜ਼ਾਹਰ ਹੋਣ ਲੱਗ ਪਈ ਆ ਜੀ। ਪਰ ਇਹਦਾ ਹੁਣ ਹੱਲ ਜਿਹੜਾ ਆ ਉਹ ਕਾਂਗਰਸ ਹਾਈ ਕਮਾਂਡ ਨੂੰ ਕਦੋਂ ਲੱਭਦਾ ਆ, ਇਹ ਆਪਾਂ ਨੂੰ ਪਿਛਲੀਆਂ ਤਜਰਬੇ ਪਤਾ ਆ ਕਾਂਗਰਸ ਦੇ, ਕਿਉਂਕਿ ਉਹ ਐਟ ਏ ਟਾਈਮ ਮੌਕੇ ਤੇ ਸਮਾਂ ਰਹਿੰਦੇ ਇਹਨਾਂ ਦਾ ਹੱਲ ਮਸਲਾ ਨਹੀਂ ਹੱਲ ਕਰ ਸਕਦੀ। ਉਹ ਜਦੋਂ ਨੇੜੇ ਆ ਜਾਂਦੀਆਂ ਚੋਣਾਂ ਉਦੋਂ ਪਤਾ ਲੱਗਦਾ ਪਿਆ ਆਹ ਵੀ ਕੰਮ ਸੀਗਾ ਕਰਨ ਵਾਲਾ, ਇਹ ਪਹਿਲਾਂ ਕਰ ਲੈਂਦੇ ਚੰਗਾ ਸੀ, ਹੁਣ ਤਾਂ ਚੋਣਾਂ ਨੇੜੇ ਆ ਗਈਆਂ ਜਾਂ ਸਿਰ ਤੇ ਆ ਗਈਆਂ। ਪ੍ਰਗਟ ਸਿੰਘ ਹੋਣੀ ਜਿਹੜੀਆਂ ਉਹ ਵਾਰ-ਵਾਰ ਜਾਂ ਸਮੇਂ-ਸਮੇਂ ਤੇ ਇਹੋ ਜਿਹੇ ਸਵਾਲ ਉਠਾਉਂਦੇ ਰਹਿੰਦੇ ਆ, ਬੇਬਾਕ ਲੀਡਰ ਆ ਔਰ ਬੇਦਾਗ ਆ। ਉਹਨਾਂ ਨੇ ਵੀ ਕਿਸੇ ਲਾਲਚ ਪੱਖੋਂ ਨਹੀਂ, ਕਿਸੇ ਇਹੋ ਜਿਹੀ ਗੱਲ ਪੱਖੋਂ ਨਹੀਂ ਉਹਨਾਂ ਨੇ ਸਿਆਸਤ ਵਿੱਚ ਆਏ ਆ, ਕਿਉਂਕਿ ਉਹ ਇੱਕ ਸਾਫ਼ ਸੁਥਰੀ ਸ਼ਖਸੀਅਤ ਆ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਦੀ ਆ, ਪਰ ਉਹਨਾਂ ਦਾ ਜਿਹੜਾ ਉਹ ਮੁੱਲ ਆ ਸਿਆਸਤ ਵਿੱਚ ਹਜੇ ਤੱਕ ਉਹਨਾਂ ਨਹੀਂ ਪਿਆ ਜਿੰਨਾ ਪੈਣਾ ਚਾਹੀਦਾ ਸੀਗਾ। ਇੱਕ ਕੱਦਾਵਰ ਆਗੂ ਆ, ਦੇਸ਼ ਪੱਧਰ ਦੇ ਆਗੂ ਆ, ਔਰ ਉਹਨਾਂ ਨੂੰ ਲੱਗਦਾ ਆ ਕਿ ਜੇ ਆਪਾਂ ਲੋਕਾਂ ਦੇ ਕੰਮਾਂ ਨੂੰ ਨਾ ਕਰਾਂਗੇ ਤਾਂ ਫਿਰ ਆਪਾਂ ਮੁੜ ਕੇ ਵੋਟਾਂ ਕਿਸ ਮੂੰਹ ਨਾਲ ਲੈਣੀਆਂ। ਉਹਦੀ ਸਫਾਈ ਦੇ ਵਿੱਚ ਫਿਰ ਕਾਂਗਰਸ ਪ੍ਰਧਾਨ ਨੂੰ ਕਹਿਣਾ ਪਿਆ ਵੀ ਨਹੀਂ, ਮੈਂ ਤਾਂ ਸਿਰਫ ਇੰਨਾ ਕਿਹਾ ਸੀਗਾ ਵੀ ਜਿਹੜੀਆਂ 2022 ਦੀਆਂ ਚੋਣਾਂ ਆ ਉਹ ਕੈਪਟਨ ਦੀ ਲੀਡਰਸ਼ਿਪ ਤਹਿਤ ਹੀ ਲੜਾਂਗੇ। ਠੀਕ ਹੈ, ਕਹਿੰਦੇ ਜਿਹੜਾ ਚਿਹਰਾ ਲਾਣਨਾ ਉਹ ਤਾਂ ਹਾਈ ਕਮਾਂਡ ਦੇ ਨਹੀਂ ਕਰਨਾ ਹੁੰਦਾ ਆ। ਇੱਥੇ ਸਵਾਲ ਹੁਣ ਸੁਨੀਲ ਜਾਖੜ ਤੇ ਇਹ ਉੱਠਦਾ ਆ ਵੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਕਿ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਆ, ਨਵਾਂ ਪ੍ਰਧਾਨ ਬਣਾਉਣਾ ਆ, ਕਿਹੜਾ ਬਣਨਾ ਕਿਹੜਾ ਨਹੀਂ ਬਣਨਾ ਇਹਨੂੰ ਕੰਟੀਨਿਊ ਕਰਨਾ ਆ, ਤੇ ਇਹਦੇ ਤੇ ਸੁਨੀਲ ਜਾਖੜ ਦੇ ਸਵਾਲ ਉੱਠ ਰਹੇ ਆ ਵੀ ਉਹ ਆਪਣੀ ਪ੍ਰਧਾਨਗੀ ਬਚਾਉਣ ਲਈ ਇਹ ਕੰਮ ਕਰ ਰਹੇ ਆ। ਕਿਉਂਕਿ ਜਦੋਂ ਹੁਣ ਉਹ ਅਸਤੀਫਾ ਦੇ ਚੁੱਕੇ ਆ, ਨਵਾਂ ਪ੍ਰਧਾਨ ਦੀ ਜਿਹੜੀ ਕਿਆਸ ਰਾਈਆਂ ਉਹ ਕਈ ਵਾਰ ਗੱਲ ਨਵਜੋਤ ਸਿੰਘ ਸਿੱਧੂ ਦੇ ਵੀ ਚੱਲ ਜਾਂਦੀ ਆ ਵੀ ਹੋ ਸਕਦਾ ਉਹਨੂੰ ਕਾਂਗਰਸ ਦਾ ਪ੍ਰਧਾਨ ਹੀ ਨਾ ਬਣਾਤਾ ਜਾਵੇ, ਹੋ ਸਕਦਾ ਮੁੜ ਕੇ ਵਜ਼ਾਰਤ ਵਿੱਚ ਲਿਆ ਕੇ ਉਹਨੂੰ ਕੋਈ ਕੈਬਨਿਟ ਦਾ ਦਰਜਾ ਜਾਂ ਹੋਰ ਮੰਤਰੀ ਬਣਾਤਾ ਜਾਵੇ, ਪਰ ਉਧਰ ਉਹ ਘੱਟ ਆਸ ਲੱਗਦੀ ਹੈ ਕਿਉਂਕਿ ਸਮਾਂ ਥੋੜਾ ਰਹਿ ਗਿਆ ਇਹਦੀ ਟਰਮ ਖਤਮ ਹੋਣ ਦਾ, ਜਿਹੜੀ ਮੌਜੂਦਾ ਸਰਕਾਰ ਦਾ, ਤੇ ਉਹਦੇ ਵਿੱਚ ਉਹਨੂੰ ਵਜ਼ਾਰਤ ਲੈਣ ਦਾ ਕੀ ਤੁਕ ਬਣੂਗੀ। ਇਸ ਕਰਕੇ ਜ਼ਿਆਦਾ ਜਿਹੜਾ ਆ ਕਿਆਸ ਆ ਉਹ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਵੱਲ ਨੂੰ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ 'ਚ ਕਿਤੇ ਕਾਂਗਰਸ ਦੇ ਪ੍ਰਧਾਨ ਨਾ ਬਣਨ, ਉਹਦੇ ਕਰਕੇ ਹੀ ਸੁਨੀਲ ਜਾਖੜ ਨੇ ਜਦੋਂ ਕੈਪਟਨ ਦੀ ਇੱਦਾਂ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਉਦੋਂ ਫਿਰ ਲੋਕਾਂ ਦੇ ਵਿੱਚ ਇਹ ਲੱਗਣ ਲੱਗ ਪਿਆ ਵੀ ਭਾਈ ਆਪਣੀ ਇਹ ਜਿਹੜੀ ਆ ਪ੍ਰਧਾਨਗੀ ਬਚਾ ਰਿਹਾ ਆ, ਕਿਉਂਕਿ ਹਮਾਇਤ ਜਦੋਂ ਆ ਉਹ ਕੈਪਟਨ ਨੇ ਕਰਨੀ ਆ ਵੀ ਇਹਨੂੰ ਪ੍ਰਧਾਨ ਕਿਹਨੂੰ ਬਣਾਇਆ ਜਾਵੇ, ਸੁਣੀ ਵੀ ਕੈਪਟਨ ਦੀ ਜਾਣੀ ਆ। ਕਿਉਂਕਿ ਪਿਛਲੀਆਂ ਚੋਣਾਂ ਦੇ ਵਿੱਚ ਵੀ ਆਪਾਂ ਦੇਖੀਏ ਤਾਂ ਉਦੋਂ ਵੀ ਸ਼ੁਰੂਆਤ ਚੋਣਾਂ ਦੇ ਐਲਾਨ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਇਹੋ ਜਿਹੀ ਹੀ ਫੁੱਟ ਜ਼ਾਹਰ ਹੋਈ ਸੀ। ਉਦੋਂ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਸੀਗੇ ਪਰ ਨਹੀਂ ਅਸੀਂ ਕੈਪਟਨ ਦੀ ਅਗਵਾਈ ਨਹੀਂ ਕਰਨੀ, ਜੇ ਨਹੀਂ ਕਰਨੀ ਉਹ ਨਹੀਂ ਕਰਨੀ, ਪਰ ਉਦੋਂ ਕੈਪਟਨ ਨੇ ਇੱਕ ਵਿਰਾਮ ਜਿਹਾ ਲਾਤਾ ਸੀਗਾ ਵੀ ਦੇਖੋ ਮੇਰੀਆਂ ਤਾਂ ਆਹ ਹੀ ਚੋਣਾਂ ਆ, ਇਸ ਤੋਂ ਬਾਅਦ ਮੈਂ ਚੋਣ ਨਹੀਂ ਕੋਈ ਲੜੂੰਗਾ। ਤੁਸੀਂ ਦੇਖੋ ਵੀ ਉਦੋਂ ਜਦੋਂ ਇਹਨਾਂ ਨੇ ਕਹਿਤਾ ਵੀ ਠੀਕ ਹੈ ਯਾਰ 5 ਸਾਲ ਆ ਇਹਨੂੰ ਹੋਰ ਝੱਲ ਲੈਣੇ ਆ, 5 ਸਾਲ ਤੋਂ ਬਾਅਦ ਫਿਰ ਦੇਖੀ ਜਾਊਗਾ, ਤੇ ਜਿਨ੍ਹਾਂ ਨੇ ਉਹ ਆਪਣੇ ਕੀ ਕਹਿੰਦੇ ਕੱਛਾਂ ਵਜਾਉਣੀਆਂ ਸ਼ੁਰੂ ਕਰਤੀਆਂ ਸੀਗੀਆਂ, ਬਾਕੀ ਜਿਹੜੇ ਨਾਲ ਦੇ ਸਾਥੀ ਹੁੰਦੇ ਆ ਵੀ ਹੁਣ ਅਗਲੀ ਵਾਰ ਮੇਰੀ ਟਰਮ ਆ, ਕਈ ਹੁੰਦੇ ਲੈਣ 'ਚ ਲੱਗੇ ਉਹ ਮੁੱਖ ਮੰਤਰੀ ਦੀ ਵੀ ਹੁਣ ਬਈ ਮੈਂ ਸੀਨੀਅਰ ਆ, ਮੈਂ ਸੀਨੀਅਰ ਰਹੇ ਤੋਂ ਬਾਅਦ ਮੇਰੀ ਵਾਰੀ ਜਾਊਗੀ, ਚੰਗਾ ਹੋਇਆ ਕੈਪਟਨ ਚੱਲਿਆ। ਉਸ ਗੱਲ ਨੂੰ ਫਿਰ ਉਹਨਾਂ ਨੇ ਫਿਰ ਵਿਰਾਮ ਲਾਤਾ ਸੀ ਵੀ ਨਹੀਂ ਮੈਂ ਆਉਂਦੀਆਂ ਚੋਣਾਂ ਵੀ ਲੜੂੰਗਾ। ਹੁਣ ਜਿਹੜਿਆਂ ਨੇ ਤਾਂ ਉਦੋਂ ਕੱਛਾਂ ਵਜਾਈਆਂ ਸੀਗੀਆਂ ਉਹ ਵਿਚਾਰੇ ਧਰੇ ਧਰੇ ਉਹਨਾਂ ਦੇ ਸਦਰਾਂ ਜਿਹੜੀਆਂ ਉਹ ਵਿੱਚੇ ਰਹਿ ਗਈਆਂ। ਤੇ ਕੈਪਟਨ ਸਾਹਿਬ ਜਦੋਂ ਤੋਂ ਪਿਛਲੀਆਂ ਚੋਣਾਂ ਲੜਦੇ ਸੀ ਉਦੋਂ ਕਹਿੰਦੇ ਵੀ ਮੈਂ ਅਗਲੀਆਂ ਚੋਣਾਂ ਨਹੀਂ ਲੜਨੀਆਂ, ਹੁਣ ਜਦੋਂ 2-3 ਸਾਲ ਲੰਘ ਗਏ ਆ ਉਹ ਕਹਿੰਦਾ ਨਹੀਂ ਮੈਂ ਤਾਂ ਅਜੇ ਕਾਇਮ ਆ ਵੀ ਮੈਂ ਅਗਲੀਆਂ ਚੋਣਾਂ ਵੀ ਲੜੂੰਗਾ, ਫਿਰ ਉਹ ਸਾਡੀ ਵਾਰੀ ਕਦੋਂ ਆਉਣੀ ਆ। ਉਸ ਨੂੰ ਲੈ ਕੇ ਵੀ ਅੰਦਰੋਂ ਖਾਤੇ ਜਦੋਂ ਗੱਲ ਇਹੋ ਜਿਹੀ ਚੱਲਦੀ ਆ ਤਾਂ ਕੋਈ ਨਾ ਕੋਈ ਆਵਾਜ਼ ਉੱਠਦੀ ਆ। ਉਸ ਆਵਾਜ਼ ਨੂੰ ਲੈ ਕੇ ਜਦੋਂ ਬੰਦਾ ਨਵਜੋਤ ਸਿੰਘ ਸਿੱਧੂ ਵਰਗੇ ਨੂੰ 4 ਸਾਲ ਖੁੰਝੇ ਲਾਈ ਰੱਖਿਆ, ਕਿਸੇ ਤਣ ਪੱਤਣ ਤੇ ਆਉਣ ਨਹੀਂ ਦਿੱਤਾ, ਉਹਨੂੰ ਵਿਚਰਨ ਨਹੀਂ ਦਿੱਤਾ, ਉਹਨੂੰ ਖੁੱਲੇ ਮਨ ਨਾਲ ਕੰਮ ਨਹੀਂ ਕਰਨ ਦਿੱਤਾ, ਤੇ ਉਹਦੇ ਵਿੱਚ ਇਹੋ ਜਿਹੀ ਜਿਹੜੀਆਂ ਅਸਹਿਮਤੀ ਦੀਆਂ ਗੱਲਾਂ ਜਾਂ ਵਿਰੋਧੀ ਗੱਲਾਂ ਜਿਹੜੀਆਂ ਉਹ ਉੱਠਦੀਆਂ ਰਹਿੰਦੀਆਂ। ਜਾਖੜ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਪਏ ਹੁਣ ਕਿਸਾਨ ਅੰਦੋਲਨ ਚੱਲ ਰਿਹਾ, ਸਾਰਾ ਫੋਕਸ ਸਾਰਾ ਧਿਆਨ ਜਿਹੜਾ ਹੈ ਉਹ ਕਿਸਾਨ ਅੰਦੋਲਨ ਵੱਲ ਨੂੰ ਹੋਣਾ ਚਾਹੀਦਾ। ਇਹੋ ਜਿਹੀਆਂ ਸਿਆਸੀ ਗੱਲਾਂ ਨੂੰ ਹੋਰ ਟਾਈਮ ਬਹੁਤ ਆ। ਹੁਣ ਜਾਖੜ ਸਾਹਿਬ ਨੂੰ ਪੁੱਛੀਏ ਵੀ ਪ੍ਰਧਾਨਗੀ ਲਈ ਵੀ ਟਾਈਮ ਥੋੜਾ ਰਹਿ ਗਿਆ, ਦੂਸਰੀ ਗੱਲ ਵਿਧਾਨ ਸਭਾ ਚੋਣਾਂ ਲਈ ਵੀ ਟਾਈਮ ਥੋੜਾ ਰਹਿ ਗਿਆ, ਤੇ ਇਹੋ ਜਿਹੀਆਂ ਗੱਲਾਂ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਕਰਾਂਗੇ। ਉਹਨਾਂ ਨੇ ਤਾਂ ਇਹੀ ਕਿਹਾ ਵੀ ਨਵੀਂ ਸਰਕਾਰ ਪਹਿਲਾਂ ਬਣਾ ਲਈਏ ਫਿਰ ਦੇਖਾਂਗੇ ਮੁੱਖ ਮੰਤਰੀ ਕਿਹਨੇ ਬਣਨਾ, ਤੇ ਗੱਲਾਂ ਤਾਂ ਵੇ ਹੁਣੇ ਹੋਣਗੀਆਂ। ਜੇ ਕਿਸੇ ਦੀ ਨਾਰਾਜ਼ਗੀ ਹੋਊਗੀ ਤਾਂ ਜ਼ਾਹਰ ਤਾਂ ਹੁਣ ਕਰੂਗਾ ਤਾਂ ਹੀ ਹਾਈ ਕਮਾਂਡ ਤੱਕ ਪਹੁੰਚੂਗੀ, ਕਿਉਂਕਿ ਹਰ ਗੱਲ ਜਿਹੜੀ ਪੰਜਾਬ ਕਾਂਗਰਸ ਦੀ ਉਹ ਪਾਸ ਆਊਟ ਹੋਣੀ ਆ ਦਿੱਲੀੋਂ। ਉਹਦੇ ਲਈ ਚਾਹੇ ਨਾ ਹੋਣੀ ਚਾਹੇ ਹਾਂ ਹੋਣੀ, ਕਿਸੇ ਤਰ੍ਹਾਂ ਦਾ ਇਤਰਾਜ਼ ਹੋਣਾ ਉਹ ਦਿੱਲੀੋਂ ਹੋਣਾ ਆ, ਆਪਣੇ ਤੌਰ ਤੇ ਕੁਝ ਨਹੀਂ ਕਰ ਸਕਦੇ। ਉਹਨਾਂ ਨੇ ਇੱਕ ਬੰਦਾ ਲਿਆ ਕੇ ਹਰੀਸ਼ ਰਾਵਤ ਬਿਠਾਤਾ ਆ, ਉਹ ਵੀ ਸਪਸ਼ਟ ਤੌਰ ਤੇ ਜੇ ਕਹਿੰਦਾ ਵੀ ਆ ਤਾਂ ਵੀ ਉਹਨੇ ਕਨਵੇ ਕਰਨਾ ਹੁੰਦਾ ਵੀ ਮੈਨੂੰ ਵੀ ਉਹਨਾਂ ਨੇ ਆਹ ਕਿਹਾ ਤੁਸੀਂ ਆਹ ਮੰਨਣਾ, ਮੈਨੂੰ ਉਹਨਾਂ ਨੇ ਆਹ ਸੰਦੇਸ਼ ਭੇਜਿਆ ਤੁਹਾਡੇ ਤੱਕ ਪਹੁੰਚਾਤਾ। ਇਸੇ ਕਰਕੇ ਗੈਪ ਪੈ ਜਾਂਦਾ ਆ।
ਜਦੋਂ ਗੈਪ ਪੈ ਜਾਂਦਾ ਆ ਸਮਾਂ ਲੱਗਣ ਤੋਂ ਬਾਅਦ, ਤੇ ਕਈ ਵਾਰੀ ਜਿਹੜੇ ਪ੍ਰਧਾਨ ਸਾਹਿਬ ਹੁੰਦੇ ਆ ਉਹ ਪੂਰੀ ਤਰ੍ਹਾਂ ਕਾਂਗਰਸ ਦੇ ਵੀ ਨਹੀਂ ਬਣੇ ਹੋ ਅਜੇ ਤੱਕ, ਉਹ ਵੀ ਕਾਰਜਕਾਰੀ ਚੱਲਣ ਡਿਆ। ਉਹਨਾਂ ਨੇ ਵੀ ਹੁਣ ਸਮਾਂ ਦੱਸਿਆ ਸੀਗਾ ਵੀ ਸ਼ਾਇਦ ਜੂਨ ਜੁਲਾਈ ਤੱਕ ਮੁਕੰਮਲ ਪ੍ਰਧਾਨ ਮਿਲ ਜਾਊਗਾ ਕਾਂਗਰਸ ਨੂੰ, ਤੇ ਉਹ ਵੀ ਪ੍ਰਧਾਨ ਲੈਸਟ ਪ੍ਰਧਾਨ ਤੋਂ ਰਹਿਤ ਚੱਲਣ ਡਈ ਆ ਪੂਰੀ ਕਾਂਗਰਸ। ਪੰਜਾਬ ਵਿੱਚ ਵੀ ਪ੍ਰਧਾਨ ਤੋਂ ਰਹਿਤ ਚੱਲਣ ਡਈ ਆ, ਤੇ ਜਿਹੜਾ ਇਹਨਾਂ ਦਾ ਪ੍ਰਧਾਨ ਆ ਉਹ ਕੈਪਟਨ ਦੀਆਂ ਤਾਰੀਫਾਂ ਕਰਕੇ ਆਪਣੀ ਪ੍ਰਧਾਨਗੀ ਵਿਚਾਰਿਆ, ਤੇ ਜਿਹੜਾ ਉਹ ਸੰਭਾਵੀ ਪ੍ਰਧਾਨ ਆ ਉਹ ਵਿਚਾਰਾ ਸਮੁੰਦਰ ਦੇ ਵਿੱਚ ਡੁਬਕੀਆਂ ਲਾ ਕੇ ਉਹ ਆਪਦਾ ਸਮਾਂ ਮਸਤੀ ਦੇ ਵਿੱਚ ਗੁਜ਼ਾਰ ਰਿਹਾ ਆ। ਕਿੰਨਾ ਚੰਗਾ ਹੁੰਦਾ ਵਾ ਜੇ ਉਹ ਸਮੁੰਦਰ ਤੇ ਡੁਬਕੀ ਲਾਉਣ ਦੀ ਬਜਾਏ ਸਿਆਸਤ ਦੀ ਗਹਿਰਾਈ ਦੀ ਡੂੰਘਾਈ ਨਾਲ ਨਾਪਦਾ, ਤੇ ਹੋ ਸਕਦਾ ਉਹਦੇ ਜਿਹੜੇ ਆ ਥੋੜਾ ਜਿਹਾ ਚਿਹਰਾ ਉਹਦਾ ਇੱਕ ਵਧੀਆ ਤਰੀਕੇ ਨਾਲ ਸਾਹਮਣੇ ਉੱਭਰ ਕੇ ਆਉਂਦਾ। ਜੀ ਸ਼ੇਰਗਿੱਲ ਸਾਹਿਬ, ਕੈਪਟਨ ਸਰਕਾਰ ਤੇ ਹੋਰ ਵੀ ਸਵਾਲ ਉੱਠ ਰਹੇ ਨੇ ਕਿ ਜਦੋਂ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਦੀ ਮੌਤ ਹੋਈ ਤਾਂ ਇਹਨਾਂ ਨੇ ਟਵੀਟ ਕੀਤਾ ਸੀ ਕਿ ਕੋਵਿਡ-19 ਕਰਕੇ ਉਹਨਾਂ ਦੀ ਮੌਤ ਹੋਈ ਆ, ਤੇ ਲੋਕ ਇਹ ਕਹਿ ਰਹੇ ਨੇ ਕਿ ਸਿਰਫ ਕੋਵਿਡ-19 ਦਾ ਨਾਮ ਲੈ ਕੇ ਲੋਕਾਂ ਨੂੰ ਡਰਾ ਰਹੇ ਨੇ, ਜਦਕਿ ਸਰਦੂਲ ਸਿਕੰਦਰ ਨੂੰ ਹੋਰ ਵੀ ਫਿਜ਼ੀਕਲ ਤੁਹਾਨੂੰ ਪਤਾ ਕੰਪਲਿਕੇਸ਼ਨ ਸੀਗੀਆਂ। ਜੀ ਕੀ ਕਹਿਣਾ ਚਾਹੋਗੇ ਇਸ ਬਾਰੇ? ਬਿਲਕੁਲ ਜੀ, ਉਹਨਾਂ ਨੂੰ ਕਰੋਨਾ ਹੋਇਆ ਵੀ ਸੀ, ਪਰ ਹੁਣ ਜਦੋਂ ਗੱਲ ਨਿਕਲ ਕੇ ਆ ਰਹੀ ਆ ਵੀ ਉਹ ਕਰੋਨਾ ਠੀਕ ਹੋ ਚੁੱਕਾ ਸੀ, ਪਰ ਉਹਨਾਂ ਨੂੰ ਫੇਫੜਿਆਂ ਦੀ ਇਨਫੈਕਸ਼ਨ, ਸ਼ੂਗਰ ਦੀ ਵੀ ਜਿਹੜੀ ਪ੍ਰੋਬਲਮ ਸੀਗੀ ਕਾਫੀ ਵੱਧ ਗਈ ਸੀਗੀ, ਪਲੱਸ ਉਹਨਾਂ ਦੀ ਜਿਹੜੀਆਂ ਕਿਡਨੀਆਂ ਦੀ, ਤੇ ਉਹ ਸਾਰਿਆਂ ਨੂੰ ਪਤਾ ਹੈ ਵੀ ਇੱਕ ਕਿਡਨੀ ਉਹਨਾਂ ਦੀ ਪਤਨੀ ਅਮਰ ਨੂਰੀ ਹੋਰਾਂ ਨੇ ਦਿੱਤੀ ਹੋਈ ਸੀ, ਤੇ ਉਹ ਕਿਡਨੀਆਂ ਦੀ ਪ੍ਰੋਬਲਮ ਤਾਂ ਬਹੁਤ ਦੇਰ ਤੋਂ ਚੱਲਣ ਡਈ ਸੀਗੀ। ਉਹ ਕੰਪਲਿਕੇਸ਼ਨਾਂ ਇੰਨੀਆਂ ਵੱਧ ਗਈਆਂ ਸੀਗੀਆਂ ਵੀ ਉਸ ਦੌਰਾਨ ਹੀ ਕਰੋਨਾ ਹੋਇਆ। ਕਰੋਨਾ ਠੀਕ ਹੋ ਗਿਆ। ਜੇ ਕਰੋਨੇ ਦੇ ਵਿੱਚ ਉਹਦੀ ਡੈਥ ਹੋਈ ਹੁੰਦੀ ਤਾਂ ਇੰਨਾ ਹਜੂਮ ਪ੍ਰਸ਼ਾਸਨ ਨੇ ਇਕੱਠਾ ਨਹੀਂ ਹੋਣ ਦੇਣਾ ਸੀਗਾ। ਆਪਾਂ ਦੇਖਦੇ ਹਾਂ ਵੀ ਜਦੋਂ ਇਹੋ ਜਿਹੇ ਸਮੇਂ ਦੇ ਵਿੱਚ ਇਸ ਬਿਮਾਰੀ ਨਾਲ ਕਿਸੇ ਦੀ ਵੀ ਮੌਤ ਹੋਈ ਆ, ਤੇ ਉੱਥੇ ਗਿਣਤੀ ਦੇ ਜਿਹੜੇ ਸਿਹਤ ਮਹਿਕਮੇ ਦੇ ਜਿਹੜੇ ਨਰਸਾਂ ਜਾਂ ਹੋਰ ਡਾਕਟਰ ਹੁੰਦੇ ਜਾਂ ਜਿਹੜੇ ਕਿੱਟਾਂ ਪਾ ਕੇ ਜਾਂਦੇ ਆ ਪੂਰੀਆਂ, ਉਹੀ ਹੁੰਦੇ ਆ ਉਹ ਸੰਸਕਾਰ ਵੇਲੇ। ਇੰਨੇ ਲੋਕਾਂ ਨੂੰ ਨਹੀਂ ਨਾਲ ਜਾਣ ਦਿੰਦੇ ਕਿਤੇ ਵੀ, ਪਰ ਉਹਨਾਂ ਦੇ ਨਾਲ ਆਪਾਂ ਦੇਖਿਆ ਬਹੁਤ ਵੱਡਾ ਹਜੂਮ ਸੀ, ਬਹੁਤ ਵੱਡਾ ਪ੍ਰਸ਼ੰਸਕਾਂ ਦੀ ਇੱਕ ਇਕੱਠ ਸੀ ਜਿਹੜਾ ਉਹਨਾਂ ਦੇ ਕਾਫਲੇ ਦੇ ਵਿੱਚ ਵੀ ਗਿਆ। ਕਰੋਨਾ ਨਾਲ ਪਹਿਲਾਂ ਹੋਇਆ, ਠੀਕ ਹੋ ਗਿਆ, ਕਿਉਂਕਿ ਦੱਸਣ ਮੁਤਾਬਕ ਗੱਲ ਇਹ ਆ ਰਹੀ ਆ ਵੀ ਪਹਿਲਾਂ ਉਹਨਾਂ ਨੂੰ ਜਦੋਂ 1.5 ਤੇ 2 ਮਹੀਨੇ ਦੀ ਗੱਲ ਹੈ, ਜਦੋਂ ਜ਼ਿਆਦਾ ਬਿਮਾਰ ਹੋਏ ਤਾਂ ਪਹਿਲਾਂ ਉਹਨਾਂ ਨੂੰ ਮਾਛੀਵਾੜੇ ਹਸਪੀਟਲ ਲੈ ਕੇ ਗਏ ਜਿਹੜੇ ਉਹਨਾਂ ਦੇ ਨੇੜੇ ਪੈਂਦਾ ਸੀਗਾ। ਫਿਰ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਨਹੀਂ ਲੁਧਿਆਣੇ ਲੈ ਕੇ ਜਾਓ। ਲੁਧਿਆਣੇ ਤੋਂ ਬਾਅਦ ਫਿਰ ਜਸਵਿੰਦਰ ਭੱਲਾ ਹੋਣਾ ਨੇ ਉਹਨਾਂ ਨੂੰ ਇੱਕ ਸਲਾਹ ਦਿੱਤੀ ਸੀ ਵੀ ਨਹੀਂ ਇੱਥੇ ਫੋਰਟਿਸ ਲੈ ਕੇ ਆਓ, ਇੱਥੇ ਇਲਾਜ ਕਰਾਂਗੇ। ਕੈਪਟਨ ਹੋਣਾ ਨੇ ਉਸ ਗੱਲ ਨੂੰ ਪੂਰੀ ਜਾਣਕਾਰੀ ਦੇਣ ਦੀ ਬਜਾਏ ਕੇਵਲ ਇੰਨਾ ਕਹਿਤਾ ਵੀ ਕਰੋਨਾ ਨਾਲ ਮੌਤ ਹੋਈ ਆ। ਉਹ ਲੋਕਾਂ ਦੇ ਮਨਾਂ ਦੇ ਵਿੱਚ ਛਛੋਪੰਜ ਵਾਲੀ ਗੱਲ ਹੁੰਦੀ ਆ, ਉਹਨੂੰ ਕਲੀਅਰ ਕਰ ਦੇਣਾ ਚਾਹੀਦਾ ਸੀਗਾ ਵੀ ਹੋਇਆ ਜ਼ਰੂਰ ਸੀ ਪਰ ਉਹ ਠੀਕ ਹੋ ਗਿਆ ਸੀਗਾ। ਜੀ ਸ਼ੇਰਗਿੱਲ ਸਾਹਿਬ, ਮੁੱਦੇ ਹਾਲੇ ਹੋਰ ਵੀ ਨੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਰਗਿੱਲ ਸਾਹਿਬ, ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਨੂੰ ਨੱਥ ਪਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਕੀ ਇਹਨੂੰ ਕਿਸਾਨ ਅੰਦੋਲਨ ਨਾਲ ਜੋੜੀਏ ਜਾਂ ਗੱਲ ਕੋਈ ਹੋ ਰਿਹਾ? ਨਹੀਂ, ਇਹਦੇ ਨਾਲ ਕੁਝ ਹੱਦ ਤੱਕ ਕਿਸਾਨ ਅੰਦੋਲਨ ਦਾ ਵੀ ਪੱਖ ਆਉਂਦਾ ਆ, ਪਰ ਇਹਦੇ ਲਈ ਤਿਆਰੀ ਜਿਹੜੀ ਸਰਕਾਰ ਉਹ 2018 ਤੋਂ ਹੀ ਕਰ ਰਹੀ ਸੀਗੀ ਵੀ ਇਹਨੂੰ ਕਿਸੇ ਤਰ੍ਹਾਂ ਇਹਨੂੰ ਨੇਮਬੱਧ ਕੀਤਾ ਜਾਵੇ, ਨਿਯਮਬੱਧ ਕੀਤਾ ਜਾਵੇ, ਅਨੁਸ਼ਾਸਿਤ ਕੀਤਾ ਜਾਵੇ। ਉਹ ਤਿਆਰੀ ਇੱਕਦਮ ਕਿਵੇਂ ਜ਼ੋਰ ਫੜ ਗਈ ਇਹ ਦੇਖਣ ਵਾਲੀ ਗੱਲ ਹੁੰਦੀ ਹੈ, ਕਿਉਂਕਿ ਇਹਨਾਂ ਨੇ ਜਦੋਂ ਕਿਸਾਨ ਅੰਦੋਲਨ ਚੱਲਦੇ ਦੌਰਾਨ ਹੀ ਕਈ ਤਰ੍ਹਾਂ ਦੇ ਇਸ ਪਲੇਟਫਾਰਮ ਦੀ ਵਰਤੋਂ ਹੋਈ ਆ, ਜਿਹਦੇ ਕਰਕੇ ਇਹਨੂੰ ਬਹੁਤ ਜ਼ਿਆਦਾ ਸਮਰਥਨ ਮਿਲਿਆ, ਵਾਸਟ ਸਮਰਥਨ ਮਿਲਿਆ। ਕੌਮਾਂਤਰੀ ਪੱਧਰ ਤੇ ਜੇ ਫੈਲਾਇਆ ਆ ਕਿਸਾਨ ਅੰਦੋਲਨ ਨੂੰ, ਤੇ ਉਹਦੇ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਹੈ। ਤੇ ਇਹਦੇ ਨਾਲ ਆਪਾਂ ਦੂਜਾ ਪੱਖ ਵੀ ਦੇਖਦੇ ਹਾਂ ਕਿ ਜੇ ਸਰਕਾਰਾਂ ਦੋਨੋਂ ਵਾਰ ਮੋਦੀ ਸਰਕਾਰ ਦੀ ਬਣੀ ਆ, ਮੋਦੀ ਦੇ ਅਗਵਾਈ 'ਚ ਸਰਕਾਰਾਂ ਬਣੀਆਂ ਦੋਨੋਂ ਵਾਰ, ਤੇ ਉਹਦੇ ਵਿੱਚ ਵੀ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਸੀਗਾ। ਉਹਨਾਂ ਨੇ ਇਸ ਦੀ ਪੂਰੀ ਵਰਤੋਂ ਕੀਤੀ ਹੈ ਸੋਸ਼ਲ ਮੀਡੀਆ ਦੀ। 2018 ਤੋਂ ਲੈ ਕੇ 21 ਆ ਗਿਆ, 21 ਦੇ ਵਿੱਚ ਇਹਨਾਂ ਨੇ ਹੁਣ ਟਵਿੱਟਰ ਨਾਲ ਪੰਗਾ ਪੈ ਗਿਆ ਸੀਗਾ। ਟਵਿੱਟਰ ਨੂੰ ਇਹਨਾਂ ਨੇ ਕਿਹਾ ਸੀ ਪਿਆ ਜਿਹੜੇ ਕਿਸਾਨਾਂ ਦੇ ਨਾਲ ਰਿਲੇਟਡ ਜਿਹੜੇ ਇੰਨੇ ਅਕਾਊਂਟ ਆ, ਇੰਨੀਆਂ ਪੋਸਟਾਂ ਆ, ਡਿਲੀਟ ਕਰ ਦਿਓ, ਅਕਾਊਂਟ ਬੰਦ ਕਰ ਦਿਓ। 500 ਦੇ ਕਰੀਬ ਹੋ ਗਿਆ ਸੀ ਮੇਰੇ ਖਿਆਲ। ਟਵਿੱਟਰ ਨੇ ਉਹਨੂੰ ਕੁਛ ਤਾਂ ਬੰਦ ਕਰਤੀਆਂ ਸੀਗੀਆਂ, ਪਰ ਉਹਨੂੰ ਫਿਰ ਮੁੜ ਕੇ ਫਿਰ ਚਲਾਤਾ, ਔਰ ਉਹਨੇ ਇਹ ਤਰਕ ਦਿੱਤੀ ਸੀਗੀ ਬਈ ਨਹੀਂ ਇਹਦੇ ਵਿੱਚ ਸਾਨੂੰ ਕੁਛ ਇਹੋ ਜਿਹਾ ਲੱਗਾ ਨਹੀਂ ਜਿਹਦੇ ਨਾਲ ਕੋਈ ਹਿੰਸਾ ਹੋ ਸਕਦੀ ਹੋਵੇ, ਦੰਗੇ ਭੜਕ ਸਕਦੇ ਹੋਣ ਜਾਂ ਦੇਸ਼ ਵਿਰੋਧੀ ਗੱਲਾਂ ਹੋਣ। ਨਾਲੇ ਟਵਿੱਟਰ ਵੀ ਕਹਿ ਰਿਹਾ ਸੀ ਨਾ ਕਿ ਅਸੀਂ ਲੋਕਾਂ ਦੇ ਬੋਲਣ ਦੀ ਆਜ਼ਾਦੀ ਨਹੀਂ ਖੋ ਸਕਦੇ, ਵਿਚਾਰਾਂ ਦੀ ਆਜ਼ਾਦੀ ਪੂਰੀ ਤਰ੍ਹਾਂ ਉੱਥੇ ਖੋਲਿਆ। ਟਵਿੱਟਰ ਦੇ ਉੱਤੇ ਵੀ ਆ, ਬਾਕੀ ਪਲੇਟਫਾਰਮ ਦੇ ਉੱਤੇ ਵੀ ਹੈਗੀ ਆ। ਹੁਣ ਇਹਨੂੰ ਜੇ ਦੂਜੇ ਪੱਖ ਤੋਂ ਦੇਖਿਆ ਜਾਵੇ ਤਾਂ ਸਰਕਾਰ ਜਿਹੜੀ ਆ ਗੱਲ ਤਾਂ ਕਰਦੀ ਆ ਵੀ ਵਿਚਾਰਾਂ ਦੀ ਆਜ਼ਾਦੀ ਹੈਗੀ ਆ ਜੀ, ਅਸੀਂ ਉਹਨੂੰ ਨਹੀਂ ਛੇੜਦੇ, ਉਹਦੇ ਤੇ ਨਹੀਂ ਕੋਈ ਪਾਬੰਦੀ ਲਾਉਣ ਦੀ ਕੋਸ਼ਿਸ਼ ਕਰਦੇ ਜਾਂ ਪਾਬੰਦੀ ਲਾਉਣ ਦੀ ਸਾਡੀ ਕੋਈ ਮਨਸ਼ਾ ਨਹੀਂ ਹੈਗੀ। ਪਰ ਜਦੋਂ ਇਹੋ ਜਿਹੀ ਗੱਲ ਆਉਂਦੀ ਆ ਵੀ ਕੰਟੈਂਟ ਜੋ ਇਹੋ ਜਿਹਾ ਪਾਇਆ ਇਹ ਦੇਸ਼ ਵਿਰੋਧੀ ਹੋਇਆ, ਦੇਸ਼ ਦੀ ਏਕਤਾ, ਅਖੰਡਤਾ ਜਾਂ ਕਿਸੇ ਤਰ੍ਹਾਂ ਦੀ ਸੁਰੱਖਿਆ ਪੱਖੋਂ ਉਹ ਨੁਕਸਾਨਦੇਹ ਹੋਇਆ, ਤਾਂ ਸਰਕਾਰ ਉਹਨੂੰ ਹਟਵਾ ਸਕਦੀ ਆ। ਤਾਂ ਇੱਥੇ ਜਦੋਂ ਕੋਈ ਬੰਦਾ
ਮੰਨ ਲਓ ਕਿਸੇ ਪਲੇਟਫਾਰਮ ਤੇ ਸਰਕਾਰ ਦੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਹੁੰਦਾ ਜੀ ਉਹਦਾ ਉਥੇ ਵਿਰੋਧ ਕਰਕੇ ਆਪਣੀ ਇੱਕ ਪੋਸਟ ਪਾ ਦਿੰਦਾ ਤੇ ਉਹ ਵੀ ਉਹਨਾਂ ਦੇ ਨਿਗਾਹ ਹੇਠ ਹੋਊਗਾ। ਬਿਲਕੁਲ। ਅਗਲੀ ਗੱਲ, ਜਦੋਂ ਉਹਨੇ ਆਪਣੀ ਵਿਚਾਰ ਕਿਤੇ ਦੱਸਣੇ ਹੋਣਗੇ ਜਿਹਦੇ ਵਿੱਚ ਟੂਲ ਕਿਟ ਸ਼ਬਦ ਬਹੁਤ ਪ੍ਰਚਲਿਤ ਹੋਇਆ ਇਸ ਦੌਰਾਨ ਹੀ, ਉਹ ਵੀ ਸਰਕਾਰ ਦੀ ਪਰੇਸ਼ਾਨੀ ਦਾ ਸਬਬ ਬਣਿਆ ਸੀਗਾ ਵੀ ਇਹ ਕੀ ਚੱਕਰ ਆ। ਜਿੰਨਾ ਚਿਰ ਤਾਂ ਸਰਕਾਰ ਉਹਨੂੰ ਆਪਣੇ ਲਈ ਵਰਤਦੀ ਰਹੀ ਫਿਰ ਤਾਂ ਸੋਸ਼ਲ ਮੀਡੀਆ ਠੀਕ ਸੀਗਾ ਤੇ ਇੰਨੇ ਸਖਤ ਨਿਯਮ ਹੋ ਸਕਦਾ 2018 ਚ ਸੋਚੇ ਵੀ ਨਹੀਂ ਹੋਣੇ ਸਰਕਾਰ ਨੇ, ਜਿਹੜੇ ਹੁਣ ਇਹਨਾਂ ਨੇ ਉਸ ਨੂੰ ਸਖਤੀ ਨਾਲ ਇਸ ਤਰੀਕੇ ਨਾਲ ਕਰ ਦਿੱਤਾ ਵੀ ਇਹ ਪੂਰੀ ਤਰ੍ਹਾਂ ਸਾਡੇ ਕਾਬੂ ਹੇਠ ਰਹੂਗਾ। ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਜਿੰਨੀਆਂ ਵੀ ਜਿਹੜੇ ਦਿਸ਼ਾ ਨਿਰਦੇਸ਼ ਗਾਈਡਲਾਈਨਸ ਜਾਰੀ ਕੀਤੀਆਂ ਉਹਦੇ ਵਿੱਚ ਮੁੱਖ ਤੌਰ ਤੇ ਸੋਸ਼ਲ ਮੀਡੀਆ ਨੂੰ ਦੋ ਲਏ ਆ, ਫੇਸਬੁੱਕ ਤੇ ਟਵਿੱਟਰ ਨੂੰ ਮੁੱਖ ਰੱਖਿਆ। OTT ਜਿਹੜਾ ਆ ਓਵਰ ਦੀ ਟੌਪ ਉਹਦੇ ਵਿੱਚ ਨੈਟਫਲਿਕਸ ਹੋ ਗਿਆ, YouTube ਹੋ ਗਿਆ ਜਾਂ ਹੌਟਸਟਾਰ ਹੋ ਗਿਆ, ਜਿਹੜੇ ਇਦਾਂ ਦੇ ਪਲੇਟਫਾਰਮ ਜਿਹਦੇ ਤੇ ਹੁਣ ਇਹ 3 ਪਲੇਟਫਾਰਮ ਜਿਹੜੇ OTT ਵਾਲੇ ਆ ਇਹ ਲੋਕਡਾਊਨ ਤੋਂ ਬਾਅਦ ਇੰਨੇ ਪ੍ਰਚਲਿਤ ਹੋਏ ਆ ਕਿਉਂਕਿ ਸਿਨੇਮੇ ਬੰਦ ਸੀਗੇ, ਲੋਕਾਂ ਦਾ ਬਾਹਰ ਨਿਕਲ ਕੇ ਜਾਣਾ ਔਖਾ ਸੀ, ਲੋਕ ਵਿਹਲੇ ਸੀਗੇ, ਉਹਨਾਂ ਨੂੰ ਉਹ ਜ਼ਰੀਆ ਮਿਲ ਗਿਆ ਫਿਲਮ ਇੰਡਸਟਰੀ ਨੂੰ ਜਾਂ ਕੋਈ ਇਹੋ ਜਿਹੇ ਕੰਟੈਂਟ ਬਣਾਉਣ ਵਾਲਿਆਂ ਨੂੰ ਜਾਂ ਵੈਬ ਸੀਰੀਜ਼ ਬਣਾਉਣ ਵਾਲਿਆਂ ਨੂੰ, ਉਹਨਾਂ ਨੇ ਆਪਣੀ ਇਹਦੇ ਉੱਤੇ ਹੀ ਪ੍ਰਚਲਿਤ ਕਰ ਲਈ, ਲੋਕਾਂ ਨੇ ਇਹਦੇ ਉੱਤੇ ਦੇਖਣਾ ਸ਼ੁਰੂ ਕਰ ਦਿੱਤਾ। ਹੁਣ ਆਪਾਂ ਜੇ ਦੇਖੀਏ ਤਾਂ ਦੇਸ਼ ਵਿੱਚ ਆਪਣੇ ਇੰਡੀਆ 'ਚ WhatsApp ਦੇ ਯੂਜ਼ਰ ਜਿਹੜੇ ਆ ਘੱਟੋ ਘੱਟ 53 ਕਰੋੜ ਆ, YouTube ਦੇ ਜਿਹੜੇ ਯੂਜ਼ਰ ਆ 44.8 ਕਰੋੜ ਆ, Facebook ਦੇ ਯੂਜ਼ਰ ਜਿਹੜੇ ਆ ਉਹ ਤਕਰੀਬਨ 41 ਕਰੋੜ ਆ, ਫਿਰ Instagram ਦੇ ਆ ਉਹ 21 ਕਰੋੜ ਆ ਤੇ Twitter ਦੇ ਸਿਰਫ 2.25 ਕਰੋੜ ਹੀ ਹੈ। ਹੁਣ ਗੱਲ ਆਉਂਦੀ ਆ ਵੀ ਇਹਨਾਂ ਨੇ ਜਿਹੜੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਉਹ ਹੈ ਕੀ ਆ। ਦੇਖੋ OTT ਵਾਸਤੇ ਤਾਂ ਇਹਨਾਂ ਨੇ 5 ਵਰਗੀਕਰਨ ਕਰਤਾ, 5 ਵਰਗ ਬਣਾਤੇ ਆ, ਬੱਚਿਆਂ ਵਾਸਤੇ ਤੇ ਬਾਲਗਾਂ ਵਾਸਤੇ, ਅੰਡਰ 13, ਅੰਡਰ 7, ਅੰਡਰ 16 ਕਰਕੇ ਇਸ ਤਰ੍ਹਾਂ ਦਾ ਵਰਗੀਕਰਨ ਉਹਨਾਂ ਨੂੰ ਕਿਹਾ ਕਰਨਾ ਪਊਗਾ ਵੀ ਜਿਹੜਾ ਕੰਟੈਂਟ ਤੁਸੀਂ ਪਾ ਰਹੇ ਆ ਇਹ ਕਿਹਦੇ ਦੇਖਣ ਯੋਗ ਆ। ਦੂਸਰੀ ਗੱਲ ਉਹਨਾਂ ਨੇ ਕਹਿਤਾ ਵੀ OTT ਦੇ ਵਿੱਚ ਜਿਹੜੇ ਬੱਚਿਆਂ ਦੇ ਮਾਂ-ਬਾਪ ਆ ਉਹਨਾਂ ਦੇ ਹੱਥ ਕੰਟਰੋਲ ਦੇ ਦਿੱਤਾ ਵੀ ਉਹਨਾਂ ਦਾ ਬੱਚਾ OTT ਤੇ ਕੀ ਦੇਖ ਰਿਹਾ, ਕਿਹੋ ਜਿਹਾ ਕੰਟੈਂਟ ਦੇਖ ਰਿਹਾ, ਕਿੱਦਾਂ ਦਾ ਦੇਖ ਰਿਹਾ, ਤੇ ਉਹਦਾ ਉਹ ਕੰਟਰੋਲ ਦੇ ਦਿੱਤਾ ਵੀ ਉਹ ਜਿਹੜੇ ਪੇਰੈਂਟਸ ਆ ਉਹਨੂੰ ਲੋਕ ਲਾ ਸਕਣਗੇ ਵੀ ਬੱਚਾ ਇਹ ਚੀਜ਼ਾਂ ਨਾ ਦੇਖੇ। ਅਗਲੀ ਗੱਲ ਜਿਹੜੀ ਉਹਨਾਂ ਨੇ ਇੱਧਰ ਦੇਖ ਲਈ ਹੈ ਸੋਸ਼ਲ ਮੀਡੀਆ ਤੇ, ਉਹਨਾਂ ਨੇ ਕਿਹਾ ਵੀ ਜੇ ਕੋਈ ਆਪੱਤੀਜਨਕ ਜਾਂ ਇਤਰਾਜ਼ਯੋਗ ਕਿਸੇ ਨੇ ਕੁਝ ਪਾਈ ਹੋਵੇ, ਕੋਈ ਪੋਸਟ ਲਿਖਿਆ ਹੋਵੇ, ਕਿਸੇ ਦੀ ਤਸਵੀਰ ਪਾਈ ਹੋਵੇ, ਆਮ ਕਰਕੇ ਆਪਾਂ ਦੇਖਦੇ ਹਾਂ ਵੀ ਇਹ ਮਾਮਲਾ ਜਿਹੜਾ ਲੜਕੀਆਂ ਨੂੰ ਲੈ ਕੇ ਬਹੁਤ ਗੰਭੀਰ ਸੀਗਾ, ਸੋਸ਼ਲ ਮੀਡੀਆ ਸੀਗਾ ਤਾਂ ਆਜ਼ਾਦ, ਉਹਦੇ ਤੇ ਕੁਝ ਲਗਾਮ ਕੱਸਣ ਦੀ ਜ਼ਰੂਰਤ ਵੀ ਸੀਗੀ, ਪਰ ਇਹਨੂੰ ਹੋਣ ਦੇ ਸੰਦਰਭ ਵਿੱਚ ਦੇਖਿਆ ਜਾਵੇ ਤੇ ਇਹਦੇ ਮਤਲਬ ਹੋਰ ਨਿਕਲ ਕੇ ਆਉਂਦੇ ਆ ਕਿਉਂਕਿ ਉਹਨੂੰ ਕਈ ਤਰ੍ਹਾਂ ਦੀਆਂ ਜਿਹੜੇ ਸਰਕਮਸਟੈਂਸ ਬਣ ਗਏ ਨਾ, ਉਹਨੂੰ ਲੈ ਕੇ ਸਰਕਾਰ ਦੇ ਉੱਤੇ ਜਿਹੜੇ ਸਵਾਲ ਉੱਠਣੇ ਲਾਜ਼ਮੀ ਆ। ਉਹਦੇ ਵਿੱਚ ਇਹ ਹੁੰਦਾ ਸੀ ਵੀ ਕਿਸੇ ਦੀ ਲੜਕੀ ਦੀ ਕੋਈ ਮੌਰਫ ਤਸਵੀਰ ਕਰਕੇ ਪਾਤੀ ਜਾਂ ਕੋਈ ਇਹੋ ਜਿਹੇ ਇਤਰਾਜ਼ਯੋਗ ਕਿਸੇ ਨੂੰ ਬਦਨਾਮ ਕਰਨ ਲਈ ਪਾਤੀ, ਉਹ ਇੱਕ ਬਹੁਤ ਗੰਭੀਰ ਮੁੱਦਾ ਸੀਗਾ, ਉਹਦੇ ਤੇ ਵੀ ਇਹਨਾਂ ਨੇ ਇਤਰਾਜ਼ ਕੀਤਾ ਵੀ ਤੁਸੀਂ ਇਹ ਜਵਾਬਦੇਹ ਹੋਣਗੇ। ਕੁੱਲ ਮਿਲਾ ਕੇ ਸੋਸ਼ਲ ਮੀਡੀਆ ਔਰ OTT ਨੂੰ ਪੂਰੀ ਤਰ੍ਹਾਂ ਜੋ ਵੀ ਉਹਨਾਂ ਦੇ ਉੱਤੇ ਚੱਲ ਰਿਹਾ ਆ, ਚਾਹੇ ਤਸਵੀਰਾਂ ਆ, ਚਾਹੇ ਕੰਟੈਂਟ ਆ, ਚਾਹੇ ਕੁਝ ਵੀ ਆ, ਉਹਦੇ ਲਈ ਉਹਨਾਂ ਨੇ ਉਹਨੂੰ ਜਵਾਬਦੇਹ ਬਣਾਤਾ ਵੀ ਅਸੀਂ ਜਵਾਬ ਤੁਹਾਡੇ ਤੋਂ ਲੈਣਾ ਹੈ। ਨਾਲ ਉਹਨਾਂ ਨੂੰ ਕਿਹਾ ਵੀ ਤੁਹਾਡੀ ਕੰਪਨੀ ਦੇ ਇੱਕ ਬੰਦਾ ਜਿਹੜਾ ਆ ਇੱਥੇ ਭਾਰਤ ਵਿੱਚ ਦਫ਼ਤਰ ਹੋਣਾ ਚਾਹੀਦਾ ਆ, ਇੱਕ ਬੰਦਾ ਉਹਦਾ ਜਿਹੜਾ ਜ਼ਿੰਮੇਵਾਰ ਹੋਣਾ ਚਾਹੀਦਾ ਜਿਹਨੂੰ ਬੰਦਾ ਪੁੱਛ ਸਕੇ, ਸਰਕਾਰ ਪੁੱਛ ਸਕੇ। ਅਗਲੀ ਗੱਲ, ਜੇ ਕੋਈ ਲੱਗਦੀ ਆ ਵੀ ਇਸ ਤਰੀਕੇ ਦੀ ਕੰਟੈਂਟ ਪਈ ਆ, ਪੋਸਟ ਪਈ ਆ, ਉਹ ਸਾਨੂੰ ਇਤਰਾਜ਼ ਆ, ਸਰਕਾਰ ਇਤਰਾਜ਼ ਕਰਦੀ ਆ ਜਾਂ ਕੋਈ ਹੋਰ ਸ਼ਿਕਾਇਤ ਕਰਦਾ ਆ ਤੇ ਉਹਨੂੰ 24 ਘੰਟੇ ਦੇ ਵਿੱਚ ਡਿਲੀਟ ਕਰਨਾ ਪਊਗਾ। ਇੱਕ ਥਾਂ ਤਾਂ ਮੈਂ ਇਹ ਵੀ ਪੜ੍ਹਿਆ, ਹੋ ਸਕਦਾ ਉਹ ਕਿਤੇ ਨਹੀਂ ਆਇਆ ਹੋਵੇ, ਪਰ ਉੱਥੇ ਲਿਖਿਆ ਗਿਆ ਸੀ ਵੀ ਜਿਸ ਬੰਦੇ ਨੇ ਕੋਈ ਮੰਨ ਲਓ ਇਤਰਾਜ਼ ਕੋਈ ਪੋਸਟ ਪਾ ਦਿੱਤੀ ਆ, ਔਰ ਕਈ ਵਾਰੀ ਆਪਾਂ ਦੇਖਦੇ ਨਾ ਇੱਕ ਦੂਜੇ ਨੂੰ ਉਸੇ ਵੇਲੇ ਫੋਨ ਕਰ ਦਿੰਦੇ ਆ, ਉਹ ਯਾਰ ਆ ਤੂੰ ਕੀ ਪਾਤਾ, ਉਦੋਂ ਫਿਰ ਉਹਨੂੰ ਲੱਗਦਾ ਵੀ ਮੈਂ ਹੁਣ ਡਿਲੀਟ ਕਰ ਦੇਵਾਂ ਤੇ ਉਸ ਡਿਲੀਟ ਕਰਨ ਦੇ ਕਾਰਨ ਵੀ ਪੁੱਛਿਆ ਜਾਊਗਾ ਵੀ ਤੂੰ ਪਾਇਆ ਤਾਂ ਕਿਉਂ ਪਾਇਆ ਸੀ ਤੇ ਜੇ ਹੁਣ ਡਿਲੀਟ ਕੀਤਾ ਤੇ ਕਿਉਂ ਡਿਲੀਟ ਕੀਤਾ। ਇਹ ਵੀ ਇੱਕ ਗੱਲ ਹੈਗੀ ਆ, ਸ਼ਾਇਦ ਉਹ ਕਿਤੇ ਆਈ ਜਾਂ ਨਹੀਂ ਆਈ ਉਹ ਬਾਅਦ ਦੀ ਗੱਲ ਆ। ਅਗਲੀ ਗੱਲ ਉਹਨਾਂ ਨੇ ਇਹ ਵੀ ਕਿਹਾ ਸੀ ਕਿ 24 ਘੰਟੇ ਦੇ ਵਿੱਚ ਡਿਲੀਟ ਕਰਨੀ ਆ, 72 ਘੰਟਿਆਂ ਦੇ ਵਿੱਚ ਜੇ ਤੁਹਾਨੂੰ ਕੋਈ ਸ਼ਿਕਾਇਤ ਮਿਲਦੀ ਆ ਤਾਂ ਉਹਦਾ ਨਿਪਟਾਰਾ ਵੀ ਕਰਨਾ ਤੇ ਸ਼ਿਕਾਇਤ ਵਾਸਤੇ ਵੀ ਇੱਕ ਅਧਿਕਾਰੀ ਦੀ ਤੈਨਾਤੀ ਹੋਣੀ ਚਾਹੀਦੀ ਆ ਜਿਹੜਾ ਕਿ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦਾ 15 ਦਿਨਾਂ ਦੇ ਵਿੱਚ ਨਿਪਟਾਰਾ ਕੀਤਾ ਜਾ ਸਕੇ। ਹੁਣ ਹੋਣਾ ਕੀ ਆ, ਜਿੰਨੇ ਵੀ ਯੂਜ਼ਰ ਆ ਇਹ ਜੇ ਸਾਰੇ ਮਿਲਾ ਕੇ ਦੇਖੀਏ ਤਾਂ ਬਹੁਤ ਵੱਡੀ ਗਿਣਤੀ ਬਣ ਜਾਂਦੀ ਆ ਭਾਰਤ ਦੇ ਵਿੱਚ ਇਹਨਾਂ ਯੂਜ਼ਰਾਂ ਦੀ। ਹੁਣ ਜਦੋਂ ਵੀ ਤੁਸੀਂ ਕੋਈ ਯੂਜ਼ਰ ID ਬਣਾਵਾਂਗੇ ਕਿਸੇ ਵੀ ਪਲੇਟਫਾਰਮ ਤੇ, ਚਾਹੇ ਟਵਿੱਟਰ ਹੈ, ਚਾਹੇ ਫੇਸਬੁੱਕ ਹੈ, ਚਾਹੇ ਕਿਤੇ ਵੀ, ਉਹਨੇ ਤੁਹਾਡੀ ਜਦੋਂ ਪਹਿਲਾਂ ਵੈਰੀਫਿਕੇਸ਼ਨ ਮੰਗਦਾ ਹੁੰਦਾ ਸੀ ਤਾਂ ਸਿਰਫ OTP ਭੇਜਦਾ ਸੀ, ਤੁਹਾਡਾ ਮੋਬਾਈਲ ਨੰਬਰ ਉਹਦੇ ਉੱਤੇ ਦਰਜ ਹੁੰਦਾ ਸੀ, OTP ਆਉਂਦੀ ਸੀ, ਵੈਰੀਫਿਕੇਸ਼ਨ ਹੋ ਜਾਂਦੀ ਸੀ। ਉਹਦੀ ਆੜ ਦੇ ਵਿੱਚ ਇਹਨਾਂ ਨਵੇਂ ਨਿਯਮਾਂ ਦੀ ਆੜ ਦੇ ਵਿੱਚ ਉਹ ਕੰਪਨੀ ਤੁਹਾਡੇ ਤੋਂ ਵੈਰੀਫਿਕੇਸ਼ਨ ਵਾਸਤੇ ਆਧਾਰ ਕਾਰਡ ਵੀ ਮੰਗ ਸਕਦੀ ਹੈ।
ਤੇ ਜਦੋਂ ਆਧਾਰ ਕਾਰਡ ਮੰਗਣ ਵੱਲ ਤੁਰ ਪਈ ਗੱਲ ਤੇ ਫਿਰ ਤੁਹਾਡੀ ਪ੍ਰਾਈਵੇਸੀ ਕਿੱਥੇ ਰਹਿ ਗਈ? ਬਿਲਕੁਲ। ਤੁਹਾਡੇ ਉਸ ਆਧਾਰ ਕਾਰਡ ਨਾਲ ਮੇਰੇ ਖਿਆਲ ਪੇ ਹਰੇਕ ਬੰਦੇ ਦੇ ਅਕਾਊਂਟ ਤੋਂ ਲੈ ਕੇ ਸਾਰੇ ਉਹਦੇ ਜਿੰਨੇ ਵੀ ਕੰਮਕਾਰ ਆ ਪ੍ਰਾਈਵੇਸੀ ਵਾਲੇ ਆ ਸਾਰੇ ਉਹਦੇ ਨਾਲ ਜੁੜੇ ਹੁੰਦੇ ਆ, ਕਿਉਂਕਿ ਉਹ ਸਾਰਿਆਂ ਨਾਲ ਲਿੰਕ ਕੀਤਾ ਹੋਇਆ, ਬੈਂਕ ਅਕਾਊਂਟ ਨਾਲ ਹੋਇਆ, ਗੈਸ ਨਾਲ ਹੋਇਆ, ਜਿੱਥੇ ਵੀ ਆਪਾਂ ਵਰਤਦੇ ਆ ਸਾਰਿਆਂ ਨਾਲ ਉਹ ਲਿੰਕ ਹੋਇਆ ਪਿਆ ਆਧਾਰ ਕਾਰਡ। ਜਦੋਂ ਉਹ ਆਧਾਰ ਕਾਰਡ ਦਾ ਮੰਗਣ ਲੱਗ ਪਿਆ ਤੁਹਾਡੇ ਤੋਂ ਤੇ ਉਹ ਫਿਰ ਤੁਹਾਡੇ ਪ੍ਰਾਈਵੇਸੀ ਦੇ ਪਲੱਸ ਨਾਲ ਤੁਹਾਡੇ ਨਾਲ ਧੋਖਾਧੜੀ ਵੀ ਹੋ ਸਕਦੀ ਆ, ਕਿਉਂਕਿ ਜਦੋਂ ਉਹ ਯੂਜ਼ਰ ਦੇ ਵਿੱਚ ਪਾਤਾ ਜਾਊਗਾ, ਫੇਸਬੁੱਕ ਦੇ ਕੋਲ ਚੱਲ ਜਾਊਗਾ, ਉਹਦੇ ਤੋਂ ਫਿਰ ਡਾਟਾ ਇਦਾਂ ਲੀਕ ਹੁੰਦਾ। ਆਪਾਂ ਰੋਜ਼ ਪੜ੍ਹਦੇ ਆ ਵੀ ਗੂਗਲ ਤੋਂ ਇੰਨੇ ਲੀਕ ਹੋ ਗਏ ਨੰਬਰ, ਪਾਸਵਰਡ ਲੀਕ ਹੋ ਗਏ ਆ, ਟਵਿੱਟਰ ਤੋਂ ਇੰਨੇ ਪਾਸਵਰਡ ਲੀਕ ਹੋ ਗਏ। ਉਹ ਕਿਤੇ ਨਾ ਕਿਤੇ ਉਹਨਾਂ ਦੀ ਆਪਣੀ ਕੰਮ ਕਾਰਵਾਈ ਚੱਲਦੀ ਰਹਿੰਦੀ ਆ, ਉਹਨੂੰ ਕਾਬੂ ਕਰਨ ਦੇ ਵਿੱਚ ਜਾਂ ਉਹਨੂੰ ਰੀਡਰੈਸ ਕਰਨ ਦੇ ਵਿੱਚ ਕੋਸ਼ਿਸ਼ ਹੁੰਦੀ ਰਹਿੰਦੀ ਆ। ਪਰ ਇਹ ਬਹੁਤ ਇੱਕ ਗੰਭੀਰ ਮੁੱਦਾ ਆ ਵੀ ਇਹਨੂੰ ਕਿਵੇਂ ਸੋਲਵ ਕੀਤਾ ਜਾਊਗਾ ਵੀ ਕੀ ਉਹ ਆਧਾਰ ਕਾਰਡ ਮੰਗੂਗਾ, ਆਧਾਰ ਨੰਬਰ ਮੰਗੂਗਾ, ਦੇਣਾ ਹੈ ਜਾਂ ਨਹੀਂ ਦੇਣਾ? ਜੇ ਨਾ ਦਿੱਤਾ ਉਹ ਅਕਾਊਂਟ ਰੱਖੂਗਾ, ਫਿਰ ਕੰਪਨੀ ਉਹ ਸਰਕਾਰ ਤੋਂ ਡਰਦੀ ਤੁਹਾਡੇ ਆਧਾਰ ਤੋਂ ਬਿਨਾਂ ਉਸ ਅਕਾਊਂਟ ਨੂੰ ਜਾਰੀ ਕਰ ਸਕੇਗਾ, ਤੇ ਜੇ ਨਹੀਂ ਜਾਰੀ ਕਰ ਸਕੇਗਾ ਤਾਂ ਫਿਰ ਉਹ ਆਈਡੀ ਕਿਵੇਂ ਬਣਾਊਗਾ? ਇਹ ਵੀ ਗੱਲ ਹੈਗੀ ਆ। ਅਗਲੀ ਗੱਲ ਇਹ ਆ ਵੀ ਜਿਹੜੀ ਕੰਟੈਂਟ ਉਹ ਪਾਈ ਆ, ਸਰਕਾਰ ਕਹਿੰਦੀ ਆ ਵੀ ਇਹ ਜਿਹੜੀ ਅਸੀਂ ਦੱਸਾਂਗੇ ਵੀ ਜੇ ਇਹਦੇ ਤੇ ਕੋਈ ਇਤਰਾਜ਼ ਆ ਵੀ ਸਾਡੀ ਸੁਰੱਖਿਆ ਨੂੰ ਖਤਰਾ ਆ, ਉਸ ਪੋਸਟ ਪਾਉਣ ਵਾਲੇ ਨੂੰ ਕੀ ਪਤਾ ਹੋਊਗਾ ਵੀ ਮੈਂ ਇਹ ਸਰਕਾਰ ਦੇ ਨਾਲ ਵਿਚਾਰਾਂ ਦੀ ਅਸਹਿਮਤੀ ਪ੍ਰਗਟਾਉਣ ਲਈ ਪਾ ਰਿਹਾ ਵੀ ਜਾਂ ਇਹਦੇ ਨਾਲ ਕੋਈ ਇਹੋ ਜਿਹਾ ਸਰਕਾਰ ਜਾਂ ਦੇਸ਼ ਵਿੱਚ ਕੋਈ ਖਤਰਾ ਪੈਦਾ ਹੋ ਸਕਦਾ ਹੈ। ਇਹ ਵੀ ਇੱਕ ਦੱਸਣ ਲਈ ਉਹਨਾਂ ਨੂੰ ਇੱਕ ਨਿਯਮ ਬਣਾਉਣਾ ਪਊਗਾ ਵੀ ਕਿਹੋ ਜਿਹੀਆਂ ਪੋਸਟਾਂ ਹੋਣ, ਜਾਂ ਲੋਕਾਂ ਤੱਕ ਵੀ ਇਹਦੀ ਜਾਗਰੂਕਤਾ ਫੈਲਾਉਣੀ ਪਊਗੀ ਵੀ ਤੁਸੀਂ ਕਿਸ ਤਰੀਕੇ ਨਾਲ ਪਾਉਣੀ ਆ ਪੋਸਟ। ਇਹਦਾ ਜਿਹੜਾ ਖਮਿਆਜ਼ਾ ਆਪਾਂ ਦਿੱਲੀ ਦੰਗਿਆਂ ਜਦੋਂ ਹੋਏ ਆ ਹੁਣ CAA ਤੋਂ ਬਾਅਦ, ਉਹਦੇ ਵਿੱਚ ਵੀ ਆਪਾਂ ਦੇਖਿਆ ਤਾਂ ਜ਼ਿਆਦਾਤਰ ਇਹਦੇ ਦੰਗੇ ਫੈਲਾਉਣ ਵਾਲੀਆਂ ਪੋਸਟਾਂ ਜ਼ਿਆਦਾ ਸੀਗੀਆਂ, ਜਿਹਦੇ ਕਰਕੇ ਪੁਲਿਸ ਵੀ ਪਰੇਸ਼ਾਨ ਹੋ ਗਈ ਸੀ। ਆਮ ਤੌਰ ਤੇ ਪੁਲਿਸ ਕਹਿ ਰਹੀ ਸੀ ਕਿ ਵੀ ਸੋਸ਼ਲ ਮੀਡੀਆ ਸਾਡੇ ਕਾਬੂ ਹੇਠ ਨਹੀਂ ਆਉਂਦਾ। ਮੁੰਬਈ ਵਾਲੇ ਪਾਸੇ ਵੀ ਦੇਖੀਏ ਤਾਂ ਮੁੰਬਈ ਵੀ ਪੁਲਿਸ ਦਾ ਵੀ ਹੱਥ ਖੜੇ ਹੋ ਗਏ ਸੀਗੇ, ਦਿੱਲੀ ਪੁਲਿਸ ਦੇ ਵੀ ਹੱਥ ਖੜੇ ਹੋ ਗਏ ਸੀਗੇ। ਹੁਣ ਸਰਕਾਰ ਨੇ ਜਦੋਂ ਇਹਨੂੰ ਆਪਣੇ ਅੰਦਰ ਲਿਆਂਦਾ ਆ ਤੇ ਇਹਦੇ ਵਿੱਚ ਉਹਦੇ ਨਿਗਰਾਨੀ ਹੇਠ ਰਹੂ ਜ਼ਰੂਰ, ਪਰ ਇਹਦੇ ਵਿੱਚ ਜਿਵੇਂ ਆਪਾਂ ਦੱਸਦੇ ਹਾਂ ਵੀ ਵਿਚਾਰਾਂ ਦੀ ਆਜ਼ਾਦੀ ਵਾਲੀ ਗੱਲ ਸ਼ਾਇਦ ਨਾ ਰਵੇ। ਪਰ ਉਹਨਾਂ ਨੇ ਕਿਹਾ ਵੀ ਠੀਕ ਆ, ਤੁਸੀਂ ਆਪਣੀ ਵਿਚਾਰਾਂ ਦੀ ਆਜ਼ਾਦੀ ਤੁਹਾਨੂੰ ਹੈਗੀ ਆ, ਪਰ ਉਹਦੇ ਨਾਲ ਅਨੁਸ਼ਾਸਨ ਵਿੱਚ ਰਹਿ ਕੇ ਵਿਚਾਰਾਂ ਦੀ ਆਜ਼ਾਦੀ ਦਿਓ। ਹੁਣ ਜਿਹੜਾ ਬੰਦਾ ਅਨੁਸ਼ਾਸਨ ਵਿੱਚ ਰਹੇਗਾ ਉਹ ਤਾਂ ਸਰਕਾਰ ਦੀ ਗੱਲ ਮੰਨੂਗਾ, ਉਹ ਫਿਰ ਆਜ਼ਾਦੀ ਤਾਂ ਰਹੀ ਨਹੀਂ, ਉਹ ਉਹਦੇ ਨਾਲ ਅਸਹਿਮਤੀ ਪ੍ਰਗਟਾ ਨਹੀਂ ਸਕਦਾ। ਤੇ ਅਸਹਿਮਤੀ ਪ੍ਰਗਟਾਉਣ ਵਾਲੇ ਦੀ ਆਪਾਂ ਥੋੜੇ ਦਿਨਾਂ ਤੱਕ ਕਾਫੀ ਚਰਚਾ ਚੱਲੀ ਆ ਵੀ ਬੰਗਲੌਰ ਤੋਂ ਕੁੜੀ ਚੱਕ ਲੈਂਦੀ ਸੀ ਵਿਚਾਰੀ, ਉਹ 7-8 ਦਿਨ ਜੇਲ੍ਹ 'ਚ ਰੱਖੀ ਆ। ਮੁੜ ਕੇ ਸਰਕਾਰ ਅਦਾਲਤ ਨੇ ਝਾੜ ਚੰਬ ਇਹੋ ਜਿਹੀ ਕੀਤੀ ਵੀ ਦਿੱਲੀ ਪੁਲਿਸ ਵਿਚਾਰੀ ਕੱਖੋਂ ਹੌਲੀ ਹੋ ਗਈ ਵੀ ਉਹਨਾਂ ਨੂੰ ਜਵਾਬ ਕੋਈ ਨਹੀਂ ਆਇਆ ਵੀ ਤੁਸੀਂ ਇੱਕ ਸਰਕਾਰ ਦੇ ਵਿਰੋਧ ਕਰਨ ਵਾਲੇ ਇੱਕ ਲੜਕੀ ਨੂੰ ਬਿਨਾਂ ਵਜ੍ਹਾ ਤੋਂ ਕੋਈ ਉਹਦੇ ਵਿੱਚ ਕੰਟੈਂਟ ਦਿਸਿਆ ਨਹੀਂ, ਹਿੰਸਾ ਦਾ ਕੋਈ ਖਾਲਿਸਤਾਨੀ ਲਿੰਕ ਨਹੀਂ ਦਿਸਿਆ, ਤੁਸੀਂ ਉਹਨੂੰ ਲੈ ਕੇ ਗ੍ਰਿਫਤਾਰ ਕਰ ਲਿਆ। ਇਹ ਉਹਨਾਂ ਦੀ ਝਾੜ ਚੰਬ ਦਿੱਲੀ ਪੁਲਿਸ ਦੀ ਇੰਨੀ ਹੋਈ ਸੀ ਵੀ ਅਗਲੇ ਕੇਸਾਂ ਦੇ ਵਿੱਚ ਵੀ ਇਹਦਾ ਹਵਾਲਾ ਦਿੱਤਾ ਜਾਇਆ ਕਰੇਗਾ। ਜੀ, ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਗਲ ਸਾਹਿਬ, ਅਸੀਂ ਗੱਲ ਕਰ ਰਹੇ ਸੀ ਸੋਸ਼ਲ ਮੀਡੀਆ ਦੀ, ਤੇ ਸੋਸ਼ਲ ਮੀਡੀਆ ਦੀ ਵੈਸੇ ਦੁਰਵਰਤੋਂ ਰੋਕਣ ਦਾ ਇੱਕ ਚੰਗਾ ਤਰੀਕਾ ਵੀ ਆ ਕਿ ਇਨਸਾਨ ਨੂੰ 100 ਵਾਰ ਸੋਚਣਾ ਪਊਗਾ ਕਿ ਹੁਣ ਮੈਂ ਪੋਸਟ ਪਾਉਣੀ ਕਿੱਦਾਂ ਦੀ ਹੈ। ਬਿਲਕੁਲ, ਆਏ ਦਿਨ ਥੋੜੇ ਸਮੇਂ ਦੇ ਵਿੱਚ ਇਹਦੀ ਦੁਰਵਰਤੋਂ ਹੋਣ ਵੀ ਜ਼ਿਆਦਾ ਲੱਗ ਪਈ ਸੀ। ਜਿਹਦਾ ਜੀ ਜੋ ਕਰਦਾ ਸੀਗਾ ਚੱਕ ਕੇ ਫੇਸਬੁੱਕ ਤੇ ਜਾਂ ਕਿਤੇ ਵੀ ਸੋਸ਼ਲ ਮੀਡੀਆ ਤੇ ਪਾ ਦਿੰਦਾ ਸੀਗਾ, ਤੇ ਉਹਦਾ ਅਸਰ ਫਿਰ ਬਾਅਦ 'ਚ ਪਤਾ ਲੱਗਦਾ ਸੀਗਾ ਵੀ ਆਹ ਪੋਸਟ ਕਿਸੇ ਨੇ ਇਹੋ ਜਿਹੀ ਪਾਈ ਸੀਗੀ। ਤੇ ਜਦੋਂ ਉਹਦੀ ਜਾਂਚ ਹੁੰਦੀ ਆ, ਪੁਲਿਸ ਲੈ ਕੇ ਤੁਰਦੀ ਆ, ਫਿਰ ਉਸ ਮੁਕਾਮ ਤੇ ਪਹੁੰਚਦੀ ਆ ਵੀ ਹਾਂ ਵੀ ਇਸ ਪੋਸਟ ਨਾਲ ਆਹ ਗੱਲ ਹੋ ਗਈ ਸੀਗੀ। ਇਸੇ ਕਰਕੇ ਸਰਕਾਰ ਨੇ ਇਹ ਵੀ ਗੱਲ ਕਹੀ ਉਹਨਾਂ ਨੂੰ ਵੀ ਜਿੱਥੋਂ ਇਹ ਓਰੀਜਨ ਹੋਇਆ ਉਹ ਵੀ ਕੰਪਨੀ ਨੂੰ ਦੱਸਣਾ ਪਊਗਾ ਵੀ ਜਿਹੜੀ ਪੋਸਟ ਨਾਲ ਇੱਥੋਂ ਤੱਕ ਗੱਲ ਪਹੁੰਚੀ ਆ ਵੀ ਪਾਈ ਕਿੱਥੋਂ ਗਈ ਸੀਗੀ, ਗਾਹਾਂ ਕਿੱਥੇ ਕਿੱਥੇ ਫਾਰਵਰਡ ਹੋਈ ਆ, ਸ਼ੇਅਰ ਹੋਈ ਆ, ਇਹ ਵੀ ਉਹਨਾਂ ਦੇ ਨਿਗਰਾਨੀ 'ਚ ਹੋਊਗੀ। ਸਾਰੀ ਗੱਲ ਸ਼ੇਖਰ ਸਾਹਿਬ, ਅਗਲੇ ਮੁੱਦੇ ਦੀ ਗੱਲ ਕਰਦੇ ਹਾਂ। ਭਾਰਤ ਬੰਦ ਦਾ ਸੱਦਾ ਦਿੱਤਾ ਜੀ ਅੱਜ ਵਪਾਰੀਆਂ ਨੇ, ਕੀ ਕਹਿਣਾ ਚਾਹੋਗੇ ਇਸ ਬਾਰੇ? GST ਨੂੰ ਲੈ ਕੇ ਭਾਰਤ ਦੇ ਜਿਹੜੇ ਵਪਾਰੀ ਆ ਉਹ ਪਰੇਸ਼ਾਨ ਆ ਜੀ। ਜਦੋਂ ਬਣਾਈ ਗਈ ਸੀ 2017 ਦੇ ਵਿੱਚ, ਇਹਨੂੰ ਲਾਗੂ ਕੀਤਾ ਗਿਆ ਸੀ ਮੋਦੀ ਸਰਕਾਰ ਵੱਲੋਂ, ਉਦੋਂ ਬਹੁਤ ਉਹਨਾਂ ਨੇ ਇਹਦਾ ਪ੍ਰਚਾਰ ਕੀਤਾ ਸੀਗਾ ਵੀ ਦੇਖੋ ਇੱਕ ਦੇਸ਼ ਤੇ ਇੱਕ ਟੈਕਸ ਜੀ। GST ਬਣਾ ਕੇ ਇੱਕ ਕਿਸਮ ਦਾ ਮਾਰਕਾ ਮਾਰਿਆ ਸੀ, ਇਹ 'ਚ ਕੋਈ ਸ਼ੱਕ ਨਹੀਂ। GST ਵੈਸੇ ਬਹੁਤ ਅੱਛਾ ਆ, ਬਾਕੀ ਜਿਹੜੇ ਵੈਸਟਰਨ ਕੰਟਰੀਆਂ ਦੇ ਵਿੱਚ ਬਹੁਤ ਦੇਰ ਤੋਂ ਲਾਗੂ ਆ, ਆਪਣੇ ਦੇਸ਼ 'ਚ ਲੇਟ ਲਾਗੂ ਹੋਇਆ, ਪਰ ਇਹਦੇ ਵਿੱਚ ਗੁੰਝਲਦਾਰ ਬਹੁਤ ਰਹਿ ਗਏ ਜੀ। ਹੁਣ ਪਹਿਲਾਂ ਤਾਂ ਜਦੋਂ ਟੈਕਸ ਸੂਬੇ ਹੁੰਦੇ ਸੀਗੇ, ਸੂਬੇ ਆਪਣਾ ਹਿੱਸਾ ਰੱਖ ਕੇ ਸੈਂਟਰ ਨੂੰ ਦਿੰਦੇ ਹੁੰਦੇ ਸੀਗੇ। GST ਵਿੱਚ ਆ ਗਿਆ ਵੀ ਪਹਿਲਾਂ ਸੈਂਟਰ ਲਊਗਾ, ਸੈਂਟਰ ਅੱਗੇ ਗਾਹਾਂ ਸੂਬਿਆਂ ਨੂੰ ਵੰਡੂਗਾ। ਉਹ ਵੰਡਦਾ ਨਹੀਂ ਵੰਡਦਾ, ਆਪਾਂ ਆਏ ਦਿਨ ਖਬਰਾਂ ਸੁਣਦੀਆਂ ਵੀ ਸਾਡਾ ਇੰਨਾ ਟੈਕਸ ਬਕਾਇਆ ਜੀ GST ਦਾ, ਉਹ ਭੇਜ ਦਿਓ, ਸਾਡਾ ਇੰਨਾ ਬਕਾਇਆ ਜੀ, ਉਹ ਭੇਜ ਦਿਓ, ਉਹ ਭੇਜ ਨਹੀਂ ਰਹੀ, ਸਾਡੇ ਕੋਲ ਤਨਖਾਹ ਦੇ ਵਾਧੇ ਪਏ ਆ, ਉਹ ਸਰਕਾਰ ਨੇ ਆਪਣੇ ਕੰਟਰੋਲ 'ਚ ਲੈ ਲਿਆ।
ਵਪਾਰੀਆਂ ਦਾ ਕਹਿਣਾ ਆ ਵੀ ਇਹਦੇ ਵਿੱਚ ਈ-ਵੇ ਸਿਸਟਮ ਜਿਹੜਾ ਆ ਇੰਨੇ ਕੁ ਗੁੰਝਲਦਾਰ ਆ ਵੀ ਜਿਹਦੇ ਚੋਂ ਸਾਨੂੰ ਕੱਢੋ ਇਹ ਨਿਕਲਣਾ ਮੁਸ਼ਕਲ ਹੋ ਰਿਹਾ ਹੈ ਵੀ ਸਾਡੇ ਲਈ ਬਹੁਤ ਵੱਡੀ ਪਰੇਸ਼ਾਨੀ ਦਾ ਸਬਬ ਆ। ਜੋ ਸਰਕਾਰ ਕਹਿੰਦੀ ਆਈ ਆ ਵੀ ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼ ਇੱਕ ਟੈਕਸ, ਇਹ ਸਾਰਾ ਉਹਦੇ ਉਲਟ ਜਾ ਰਿਹਾ ਆ। ਹੁਣ ਜਿਸ ਤਰੀਕੇ ਨਾਲ GST ਨੂੰ ਲੈ ਕੇ 8 ਕਰੋੜ ਵਪਾਰੀ ਜਿਹੜੇ ਆ ਉਹ ਅੱਜ ਹੜਤਾਲ ਧਰਨੇ ਪ੍ਰਦਰਸ਼ਨ ਕਰ ਰਹੇ ਆ, ਉਹਦੇ ਨਾਲ ਟਰਾਂਸਪੋਰਟਾਂ ਦਾ ਵੀ ਪੂਰਾ ਸਮਰਥਨ ਆ। ਨਾਲ ਦੀ ਨਾਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਆ ਉਹਨੇ ਵੀ ਇਹਦਾ ਸਮਰਥਨ ਕਰ ਦਿੱਤਾ ਆ। ਪਲੱਸ ਜਿਹੜਾ ਵਪਾਰੀਆਂ ਦਾ ਹੋਰ ਵੀ ਇਹਦੇ 'ਚ ਰੋਸਾ ਆ ਵੀ ਆਏ ਦਿਨ ਜਿਹੜੀਆਂ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਆ, ਟਰਾਂਸਪੋਰਟੇਸ਼ਨ ਮਹਿੰਗੀ ਹੋ ਰਹੀ ਆ, ਉਹਨਾਂ ਨੂੰ ਆਪਣੀ ਟਰਾਂਸਪੋਰਟ ਚਲਾਉਣਾ ਔਖਾ ਹੋ ਗਿਆ ਆ। ਉਹਦੇ ਲਈ ਵੀ ਸਰਕਾਰ ਪ੍ਰਤੀ ਉਹਨਾਂ ਦਾ ਰੋਸ ਸੀਗਾ, ਜਿਹਦੇ ਕਰਕੇ ਇਹਨਾਂ ਨੇ ਅੱਜ ਪੂਰੇ ਭਾਰਤ 'ਚ ਦੇਸ਼ ਪੱਧਰੀ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜੀ। ਸ਼ੇਖਰ ਸਾਹਿਬ, ਜੇ ਗੱਲ ਕਰੀਏ ਭਾਰਤ ਦੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ, ਤਾਂ ਉਹ ਭਾਰਤ ਨੂੰ ਹਵਾਲਗੀ ਸੰਬੰਧੀ ਆਪਣੀ ਕਾਨੂੰਨੀ ਲੜਾਈ ਜਿਹੜੀ ਹਾਰ ਚੁੱਕੇ ਨੇ, ਕੀ ਕਹਿਣਾ ਚਾਹੋਗੇ? ਦੇਖੋ, ਨੀਰਵ ਮੋਦੀ ਹੋਇਆ, ਵਿਜੇ ਮਾਲਿਆ ਹੋਇਆ, ਇੱਦਾਂ ਦੇ ਬੰਦੇ ਜਿਹੜੇ ਆ ਉਹ ਦੇਸ਼ ਦਾ ਅਰਬਾਂ ਖਰਬਾਂ ਰੁਪਈਏ ਬੈਂਕਾਂ ਦੇ ਨਾਲ ਧੋਖਾਧੜੀ ਕਰਕੇ ਚਲੇ ਗਏ ਆ। ਵਿਜੇ ਮਾਲਿਆ ਵੀ ਇੰਗਲੈਂਡ 'ਚ ਬੈਠਾ, ਨੀਰਵ ਮੋਦੀ ਵੀ ਇੰਗਲੈਂਡ 'ਚ ਬੈਠਾ। ਕੇਸ ਬਹੁਤ ਲੰਬਾ ਚੱਲਿਆ। ਇੱਧਰੋਂ ਸਰਕਾਰ ਦਾ ਪ੍ਰੈਸ਼ਰ ਵੀ ਸੀਗਾ ਵੀ ਇਹਨੂੰ ਇੱਥੇ ਭੇਜੋ ਸਾਡੇ ਕੋਲ, ਅਸੀਂ ਇਹਦੇ ਤੋਂ ਰਿਕਵਰੀ ਕਰਾਉਣੀ ਆ। ਖੈਰ, ਵਿਜੇ ਮਾਲਿਆ ਤਾਂ ਬੈਂਕਾਂ ਨਾਲ ਕਈ ਵਾਰੀ ਇਸ ਤਰੀਕੇ ਨਾਲ ਸੁਝਾਅ ਵੀ ਦਿੰਦਾ ਰਿਹਾ ਵੀ ਦੇਖੋ ਤੁਹਾਡਾ ਜਿੰਨਾ ਬਕਾਇਆ ਮੈਂ ਦੇ ਦਿੰਦਾ, ਦੱਸੋ ਕਿੰਨਾ ਚਾਹੀਦਾ, ਕੀ ਹੈ। ਪਰ ਸਰਕਾਰ ਦਾ ਇਹ ਆ ਵੀ ਜਿਹੜਾ ਭਗੌੜਾ ਐਲਾਨਿਆ ਗਿਆ ਅਸੀਂ ਉਹਦੇ 'ਤੇ ਕਾਨੂੰਨੀ ਕਾਰਵਾਈ ਕਰਨੀ ਹੈ, ਕਰਨੀ ਬਣਦੀ ਵੀ ਹੈ। ਜਿਹੜਾ ਇੰਨਾ ਵੱਡਾ ਸਰਕਾਰ ਦਾ ਪੈਸਾ ਲੈ ਕੇ ਭੱਜ ਜਾਵੇ ਤੇ ਆਮ ਜਨਤਾ ਨੂੰ ਕੁਝ ਮਿਲੇ ਨਾ, ਜਨਤਾ ਵਿਚਾਰੀ ਗਰੀਬ ਰਵੇ ਤੇ ਇੱਕ ਦੋ ਹੀ ਬੰਦੇ ਜਿਹੜੇ ਆ ਅਰਬਾਂ ਖਰਬਾਂ ਲੈ ਕੇ ਭੱਜ ਜਾਣ, ਤੇ ਉਹ ਵੀ ਇੱਕ ਬਹੁਤ ਵੱਡੀ ਗੱਲ ਬਣ ਜਾਂਦੀ ਆ। ਨੀਰਵ ਮੋਦੀ ਵੀ 14,000 ਕਰੋੜ ਰੁਪਈਆ ਜਿਹੜਾ ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਧੜੀ ਕਰਕੇ ਭੱਜਿਆ ਹੋਇਆ ਸੀਗਾ, ਜਿਹਦੀ ਉੱਥੇ ਕੇਸ ਚੱਲ ਰਿਹਾ ਸੀਗਾ ਲੰਡਨ ਦੇ ਵਿੱਚ ਵੈਸਟਮਿਨਿਸਟਰ ਅਦਾਲਤ 'ਚ। ਲੰਬੀ ਸੁਣਵਾਈ ਤੋਂ ਬਾਅਦ ਆਖਰ ਫਿਰ ਉਸ ਅਦਾਲਤ ਨੇ ਮੰਨਿਆ ਵੀ ਨਹੀਂ, ਇਹਦੇ ਖਿਲਾਫ ਕਾਰਵਾਈ ਕਰਨ ਲਈ ਸਬੂਤ ਕਾਫੀ ਆ ਭਾਰਤ ਸਰਕਾਰ ਕੋਲ, ਇਹਨੇ ਆਹ ਕੰਮ ਕੀਤੇ ਆ, ਇਹਦੇ ਖਿਲਾਫ ਉੱਥੇ ਜਾ ਕੇ ਮੁਕੱਦਮਾ ਚੱਲਣਾ ਚਾਹੀਦਾ ਆ। ਨੀਰਵ ਮੋਦੀ ਨੇ ਬਹੁਤ ਚਾਰਾਜੋਈ ਕੀਤੀ ਆ ਵੀ ਕਿਸੇ ਤਰੀਕੇ ਨਾਲ ਮੈਂ ਭਾਰਤ ਨਾ ਜਾਵਾਂ, ਮੈਨੂੰ ਉੱਥੇ ਫਸਾ ਦੇਣਗੇ, ਮੈਨੂੰ ਉੱਥੇ ਤੰਗ ਪਰੇਸ਼ਾਨ ਕਰਨਗੇ, ਮੇਰੇ ਉੱਤੇ ਹੋਰ ਕਈ ਕੇਸ ਪਾ ਦੇਣਗੇ, ਇੱਦਾਂ ਦਾ ਬਹੁਤ ਬਹਾਨੇ ਲਾਏ ਉੱਥੇ। ਪਰ ਆਖਰ ਅਦਾਲਤ ਨੇ ਜੋ ਉਹਨੂੰ ਸਹੀ ਪ੍ਰਮਾਣ ਮਿਲਿਆ ਉਹਦੇ ਹਿਸਾਬ ਨਾਲ ਫੈਸਲਾ ਦੇ ਦਿੱਤਾ ਵੀ ਨੀਰਵ ਮੋਦੀ ਦੀ ਜਿਹੜੀ ਹਵਾਲਗੀ ਹੁਣ ਭਾਰਤ ਨੂੰ ਹੋਵੇਗੀ। ਇੱਕ ਕਿਸਮ ਦਾ ਰਾਹ ਪੱਧਰਾ ਕਰਤਾ। ਫਿਰ ਵੀ ਉਹਦੀ ਜਿਹੜੀ ਕਾਪੀ ਆ ਉਹ ਬਰਤਾਨੀਆ ਦੇ ਗ੍ਰਹਿ ਵਿਭਾਗ ਕੋਲ ਜਾਣੀ ਆ, ਗ੍ਰਹਿ ਮੰਤਰੀ ਉਹਨਾਂ ਦੇ ਜਿਹੜੀ ਆ ਪ੍ਰੀਤੀ ਪਟੇਲ ਆ ਉਹਨਾਂ ਕੋਲ ਜਾਣੀ ਆ। ਇਸ ਪ੍ਰੋਸੈਸ ਨੂੰ ਫਿਰ ਵੀ 2 ਮਹੀਨੇ ਦਾ ਸਮਾਂ ਘੱਟੋ ਘੱਟ ਲੱਗ ਜਾਣਾ। ਵੈਸਟਮਿਨਿਸਟਰ ਅਦਾਲਤ ਨੇ ਨੀਰਵ ਮੋਦੀ ਨੂੰ ਫਿਰ ਇੱਕ ਵਾਰ ਆਪਣੀ ਜਿਹੜੀ ਇਸ ਫੈਸਲੇ ਨੂੰ ਚੁਣੌਤੀ ਦੇਣ ਦਾ ਅਧਿਕਾਰ ਦੇ ਦਿੱਤਾ ਆ ਬਈ ਉਹ ਹਾਈ ਕੋਰਟ ਜਾ ਸਕਦਾ ਆ। ਹਾਈ ਕੋਰਟ ਦੇ ਵਿੱਚ ਜਾ ਕੇ ਕੀ ਹੁੰਦਾ ਆ, ਅਦਾਲਤ ਕੀ ਕਰਦੀ ਆ, ਇੰਡੀਆ ਸਰਕਾਰ ਦਾ ਉੱਥੇ ਆਪਣੀ ਪੈਰਵਾਈ ਕਰਨ ਦਾ ਕੀ ਤਰੀਕਾ ਰਹਿੰਦਾ ਆ, ਉਹ ਆਉਂਦੇ ਦਿਨਾਂ 'ਚ ਪਤਾ ਲੱਗੂਗਾ। ਪਰ ਇਹਦੇ ਨਾਲ ਇੱਕ ਗੱਲ ਸਾਹਮਣੇ ਆਈ ਆ ਵੀ ਹਾਂ ਵੀ ਇਸ ਨੂੰ ਲਿਆਉਣ ਦਾ ਜਿਹੜਾ ਆ ਉਸ ਭਾਰਤ ਸਰਕਾਰ ਪੂਰੀ ਸ਼ਿੱਦਤ ਨਾਲ ਔਰ ਵੱਡੀ ਪੱਧਰ 'ਤੇ ਕੰਮ ਕਰ ਰਹੀ ਆ ਤਾਂ ਕਿ ਇਹਨੂੰ ਲਿਆਂਦਾ ਜਾਵੇ। ਪਰ ਇਹ ਹੁੰਦਾ ਉਦੋਂ ਹੀ ਰੌਲਾ ਪੈਂਦਾ ਜਦੋਂ ਕਿਤੇ ਭਾਰਤ ਵਿੱਚ ਚੋਣਾਂ ਦਾ ਮਾਹੌਲ ਹੁੰਦਾ ਆ। ਪਿਛਲੀ ਵਾਰੀ ਵਿਜੇ ਮਾਲਿਆ ਦੀ ਗੱਲ ਵੀ ਆ ਨੇੜੇ ਪਹੁੰਚ ਗਈ ਸੀ ਵੀ ਲੈ ਵੀ ਵਿਜੇ ਮਾਲਿਆ ਆਇਆ ਖੜਾ, ਮੋਦੀ ਸਾਹਿਬ ਨਹੀਂ ਛੱਡਦੇ, ਉਹਨੂੰ ਲੈ ਕੇ ਆਉਣਗੇ, ਉਹਨੂੰ ਦੇਖਿਓ ਜੇਲ੍ਹ 'ਚ ਡੱਕਿਆ। ਉਹਦੇ ਤੱਕ ਤਾਂ ਇੱਥੋਂ ਤੱਕ ਪੁੱਛਿਆ ਗਿਆ ਸੀ ਕਿ ਉਸ ਅਦਾਲਤ ਨੇ ਵੀ ਤੁਸੀਂ ਇਹਨੂੰ ਵਿਜੇ ਮਾਲਿਆ ਨੂੰ ਲਿਆ ਕੇ ਜੇਲ੍ਹ 'ਚ ਕਿਹੜੀ 'ਚ ਰੱਖਣਾ। ਇਹਨਾਂ ਨੇ ਫਿਰ ਉਹ ਜੇਲ੍ਹ ਵੀ ਦੱਸੀ ਵੀ ਫਲਾਣੇ ਜੇਲ੍ਹ 'ਚ ਰੱਖਣੀ ਆ, ਉਹਦਾ ਸੈੱਲ ਦੱਸੋ ਕਿੱਦਾਂ ਦਾ ਆ, ਕਿਵੇਂ ਤਰੀਕੇ ਦਾ ਆ, ਸਾਰਾ ਕੁਝ ਉਹ ਕਾਰਵਾਈ ਉਹਨਾਂ ਨੇ ਪੁੱਛੀ ਸੀ, ਮੁੰਬਈ ਪੁਲਿਸ ਤੋਂ ਪੁੱਛੀ ਸੀ, ਭਾਰਤ ਸਰਕਾਰ ਤੋਂ ਪੁੱਛੀ ਸੀ, ਉਹਦਾ ਸਾਰਾ ਵੇਰਵਾ ਦਿੱਤਾ ਗਿਆ ਸੀ ਵੀ ਅਸੀਂ ਇਹਨੂੰ ਇਸ ਤਰੀਕੇ ਨਾਲ ਰੱਖਾਂਗੇ, ਆਹ ਜੇਲ੍ਹ 'ਚ ਰੱਖਾਂਗੇ। ਪਰ ਉਹ ਫਿਰ ਹਜੇ ਕਾਰਵਾਈ ਉੱਥੇ ਕਿਤੇ ਠੱਪ ਹੋਈ ਲੱਗਦੀ ਆ। ਉਹਦਾ ਕੇਸ ਵੀ ਚੱਲਣ ਡਿਆ, ਆਉਣ ਵਾਲੇ ਦਿਨਾਂ 'ਚ ਉਹ ਵੀ ਖੁੱਲ੍ਹ ਸਕਦਾ ਆ। ਪਰ ਇਹ ਭਾਰਤ ਦੇ ਨਜ਼ਰੀਏ 'ਚ ਦੇਖੀਏ ਤਾਂ ਵੱਡੀ ਪ੍ਰਾਪਤੀ ਆ ਵੀ ਨੀਰਵ ਮੋਦੀ ਨੂੰ ਹਵਾਲਗੀ ਲਈ ਰਾਹ ਪੱਧਰਾ ਹੋ ਗਿਆ ਆ। ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਅਪੀਲ ਕਰਦਾ ਆ, ਹਾਈ ਕੋਰਟ 'ਚ ਜਾਂਦਾ ਆ, ਇਸ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦਾ ਆ, ਉਹਦਾ ਕੀ ਆਊਟਕਮ ਨਿਕਲਦਾ ਆ ਉਹ ਫਿਰ ਆਉਂਦੇ ਦਿਨਾਂ 'ਚ ਪਤਾ ਲੱਗੂਗਾ। ਜੀ ਸ਼ੇਰਗਿੱਲ ਸਾਹਿਬ, ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੁਣ ਕਿਹੜਾ ਸਮਝੌਤਾ ਹੋਇਆ? ਸਮਝੌਤਾ ਉਹੀ ਆ ਜਿਹੜਾ 2003 ਵਿੱਚ ਹੋਇਆ ਸੀਗਾ ਗੋਲੀਬੰਦੀ ਦਾ, ਜਿਹੜੀ ਕਿ ਆਏ ਦਿਨ ਆਪਾਂ ਲਾਈਨ ਆਫ ਕੰਟਰੋਲ ਜਿਹੜੀ LOC ਆ ਪਲੱਸ ਜਿਹੜੇ ਜੰਮੂ ਕਸ਼ਮੀਰ ਦੇ ਹੋਰ ਸੈਕਟਰਾਂ ਦੇ ਵਿੱਚ ਪਾਕਿਸਤਾਨ ਵੱਲੋਂ ਗੋਲੀਬਾਰੀ ਹੁੰਦੀ ਰਹਿੰਦੀ ਆ, ਗੋਲੇ ਵੀ ਦਾਗਦੇ ਰਹਿੰਦੇ ਆ। ਆਹ ਸਮਾਂ ਜਿਹੜਾ ਲੰਘ ਕੇ ਗਿਆ 6-7-8 ਮਹੀਨਿਆਂ ਦਾ, ਇਹਦੇ ਵਿੱਚ ਤਾਂ ਬਹੁਤ ਵਾਰੀ ਗੋਲੀ ਚੱਲੀ ਆ ਤੇ ਉੱਥੇ ਕਈ ਮੌਤਾਂ ਵੀ ਹੋ ਚੁੱਕੀਆਂ ਹਨ। 2003 ਵਿੱਚ ਇਹ ਸਮਝੌਤਾ ਹੋਇਆ ਸੀਗਾ ਕਿ LOC ਦੇ ਉੱਤੇ ਮੁਕੰਮਲ ਸ਼ਾਂਤੀ ਰਹੂਗੀ, ਕੋਈ ਗੋਲੀ ਦੋਵਾਂ ਪਾਸਿਆਂ ਤੋਂ ਨਹੀਂ ਚੱਲੇਗੀ। ਔਰ ਉਹਦੇ ਤੇ ਘੱਟੋ ਘੱਟ ਮੇਰੇ ਖਿਆਲ 2.5-3 ਸਾਲ ਤੱਕ ਅਮਲ ਵੀ ਹੋਇਆ।
ਪਰ ਉਸ ਤੋਂ ਬਾਅਦ ਇਹ ਇਸ ਕਦਰ ਵੱਧ ਗਿਆ ਕਿ ਕੋਈ ਦਿਨ ਇਹੋ ਜਿਹਾ ਨਹੀਂ ਹੁੰਦਾ ਜਦੋਂ ਕੋਈ ਇਹੋ ਜਿਹੀ ਘਟਨਾ ਸੁਣਨ 'ਚ ਨਹੀਂ ਆਉਂਦੀ ਕਿ ਉੱਥੇ ਗੋਲੀ ਚੱਲੀ ਹੋਵੇ। ਹੁਣ ਉਹਨਾਂ ਨੇ ਇਹੀ ਗੱਲ ਦੀ ਸਹਿਮਤੀ ਬਣਾਈ ਆ, DGMO ਪੱਧਰ ਤੇ ਗੱਲਬਾਤ ਹੋਈ ਆ, ਡਾਇਰੈਕਸ਼ਨ ਆਪਰੇਸ਼ਨ ਮਿਲਟਰੀ ਜਿਹੜੇ ਜਨਰਲ ਆ ਉਹਨਾਂ ਦੇ ਗੱਲਬਾਤ ਬੈਠਕ ਹੋਈ ਆ। ਉਹ ਸਹਿਮਤੀ ਇਹ ਬਣੀ ਹੈ ਵੀ 2003 ਤੋਂ ਲੈ ਕੇ ਜਿੰਨੇ ਵੀ ਗੋਲੀਬੰਦੀ ਦੇ ਸਮਝੌਤੇ ਹੋਏ ਆ ਉਹਨੂੰ ਸਖਤੀ ਤੇ ਤੌਰ ਤੇ ਲਾਗੂ ਕੀਤਾ ਜਾਵੇਗਾ। LOC ਤੇ ਜਾਂ ਹੋਰ ਸੈਕਟਰਾਂ ਤੇ ਕਿਸੇ ਤਰ੍ਹਾਂ ਦੀ ਕੋਈ ਗੋਲੀ ਨਹੀਂ ਹੋਊਗੀ। ਜੇ ਕੋਈ ਇਹੋ ਜਿਹੀ ਗੱਲ ਹੁੰਦੀ ਆ ਤੇ ਹੌਟਲਾਈਨ ਸਥਾਪਿਤ ਕੀਤੀ ਜਾਊਗੀ। ਹੌਟਲਾਈਨ ਦੇ ਵਿੱਚ ਦੋਵਾਂ ਦੇਸ਼ਾਂ ਦੇ ਅਧਿਕਾਰੀ ਗੱਲ ਕਰਨਗੇ, ਫਲੈਗ ਮੀਟਿੰਗਾਂ ਹੋਣਗੀਆਂ। ਜੇ ਕੋਈ ਤੁਹਾਨੂੰ ਲੱਗਦਾ ਵੀ ਇੱਦਾਂ ਦੀ ਕੋਈ ਕਾਰਵਾਈ ਹੋਈ ਆ, ਚਾਹੇ ਇੱਧਰੋਂ ਹੋਈ ਚਾਹੇ ਉੱਧਰੋਂ ਹੋਈ ਆ, ਉਹ ਫਲੈਗ ਮੀਟਿੰਗਾਂ ਰਾਹੀਂ ਇਹਨੂੰ ਸੁਲਝਾਉਣ ਦਾ ਯਤਨ ਕੀਤਾ ਜਾਊਗਾ। ਇਹਦੀ ਜਿਹੜੀ ਗੱਲਬਾਤ ਦਾ ਬੈਕ ਸਟੇਜ ਦੀ ਇੱਕ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੇ NSA ਆ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਆ ਪ੍ਰਧਾਨ ਮੰਤਰੀ ਦੇ, ਅਜੀਤ ਡੋਵਾਲ ਦੀ ਬਹੁਤ ਭੂਮਿਕਾ ਰਹੀ ਆ। ਕਿਉਂਕਿ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਜੋ ਵੀ ਮਿਲੀ ਆ ਉਹ ਇਹ ਆ ਕਿ ਅਜੀਤ ਡੋਵਾਲ ਨੇ ਬੈਕ ਸਟੇਜ ਦਰਵਾਜ਼ੇ ਦੇ ਪਿੱਛੇ ਰਹਿ ਕੇ, ਪਰਦੇ ਦੇ ਪਿੱਛੇ ਰਹਿ ਕੇ ਗੱਲਬਾਤ ਦਾ ਦੌਰ ਜਿਹੜਾ ਪਾਕਿਸਤਾਨ ਦੇ ਆਪਣੇ ਹਮ ਰੁਤਬਾ ਆ ਜਿਹੜੇ ਉੱਥੋਂ ਦੇ ਉਹਨਾਂ ਨਾਲ ਗੱਲਬਾਤ ਜਾਰੀ ਰੱਖੀ ਆ, ਜਿਹਦੇ ਕਰਕੇ ਇਹ ਸਹਿਮਤੀ ਬਣੀ ਆ। ਹੋਣਾ ਵੀ ਚਾਹੀਦਾ, ਦੋਵੇਂ ਦੇਸ਼ ਇੱਕ ਦੂਜੇ ਦੇ ਨਾਲ ਇਸ ਤਰੀਕੇ ਨਾਲ ਟਕਰਾਅ ਰੱਖਦੇ ਆ ਜਿਹਦਾ ਖਮਿਆਜਾ ਕਿ ਉੱਥੋਂ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਆ। ਇਹ ਨਹੀਂ ਪਏ ਭਾਰਤ ਵਾਲੇ ਪਾਸੇ ਨੁਕਸਾਨ ਹੁੰਦਾ ਆ, ਜਦੋਂ ਭਾਰਤ ਵੱਲੋਂ ਕਾਰਵਾਈ ਹੁੰਦੀ ਆ ਤੇ ਉਧਰ ਪਾਕਿਸਤਾਨ ਵਾਲੇ ਪਾਸੇ ਵੀ ਨੁਕਸਾਨ ਹੁੰਦਾ ਆ, ਉੱਥੇ ਵੀ ਲੋਕ ਰਹਿੰਦੇ ਆ। ਹੁਣ ਇਹ ਆਉਣ ਵਾਲੇ ਦਿਨਾਂ 'ਚ ਦੇਖਣਾ ਜ਼ਰੂਰ ਹੋਊਗਾ ਕਿ ਇਸ ਜਿਹੜੀ ਸਹਿਮਤੀ ਹੋਈ ਆ, ਸਮਝੌਤਾ ਹੋਇਆ, ਇਹਦੇ ਤੇ ਅਮਲ ਕਿੰਨਾ ਕੁ ਹੁੰਦਾ ਆ। ਕਿਉਂਕਿ ਜੇ 2003 ਤੋਂ ਬਾਅਦ ਦੇਖੀਏ ਹੁਣ ਤੱਕ ਜਿੰਨੇ ਵੀ ਸਮਝੌਤਿਆਂ ਤੇ ਨਜ਼ਰ ਮਾਰੀਏ, ਬਾਰ-ਬਾਰ ਗੋਲੀਬੰਦੀ ਦੀ ਉਲੰਘਣਾ ਹੁੰਦੀ ਰਹੀ ਆ, ਪਰ ਉਹਦੇ ਤੇ ਅਮਲ ਬਹੁਤ ਘੱਟ ਹੋਇਆ। ਜੇ ਹੁਣ ਅਜੀਤ ਡੋਵਾਲ ਹੋਣਾ ਦੀ ਇਹਦੇ ਵਿੱਚ ਭੂਮਿਕਾ ਆਈ ਆ ਤਾਂ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਸੁਧਾਰ ਹੋ ਸਕਦਾ ਹੈ। ਹੋਣਾ ਵੀ ਚਾਹੀਦਾ, ਕਿਉਂਕਿ ਆਏ ਦਿਨ ਆਪਾਂ ਆਪਣੇ ਜਵਾਨ ਵੀ ਸ਼ਹੀਦ ਹੋ ਰਹੇ ਆ, ਉਧਰ ਵੀ ਨੁਕਸਾਨ ਹੋ ਰਿਹਾ। ਇਹ ਨਹੀਂ ਹੋਣਾ ਚਾਹੀਦਾ। ਗੁਆਂਢੀ ਅਕਸਰ ਫਿਰ ਵੀ ਗੁਆਂਢੀ ਆ, ਗੁਆਂਢ ਤਾਂ ਬਦਲ ਨਹੀਂ ਸਕਦੇ ਆਪਾਂ, ਗੁਆਂਢੀ ਨੇ ਤਾਂ ਉੱਥੇ ਰਹਿਣਾ। ਗੁਆਂਢ ਨਾਲ ਵਿਗਾੜਨੀ ਵੀ ਨਹੀਂ ਚਾਹੀਦੀ, ਵਿਗਾੜਨੀ ਵੀ ਨਹੀਂ ਚਾਹੀਦੀ ਤਾਂ ਗੁਆਂਢ ਬਦਲਿਆ ਵੀ ਨਹੀਂ ਜਾਂਦਾ ਹੁੰਦਾ, ਗੁਆਂਢ ਤਾਂ ਉੱਥੇ ਰਹਿੰਦਾ ਹੁੰਦਾ। ਸੋ ਇਹ ਦੋਨਾਂ ਦੇਸ਼ਾਂ ਨੂੰ ਸਮਝਣਾ ਪਊਗਾ, ਖਾਸ ਕਰ ਪਾਕਿਸਤਾਨ ਨੂੰ, ਕਿਉਂਕਿ ਉਹ ਆਏ ਦਿਨ ਕਦੇ ਨਾ ਕਦੇ ਇਸ ਜਿਹੜੀ ਗੋਲੀਬੰਦੀ ਦੀ ਆੜ ਦੇ ਵਿੱਚ ਅੱਤਵਾਦੀਆਂ ਦੀ ਘੁਸਪੈਠ ਵੀ ਕਰਾਉਂਦਾ ਹੁੰਦਾ ਹੈ, ਜਿਹਦੇ ਤੇ ਆਪਾਂ ਕਈ ਵਾਰੀ ਦੇਖਦੇ ਆ ਵੀ ਬਰਫ਼ਬਾਰੀ ਹੋ ਗਈ ਤਾਂ ਵੀ ਅੱਤਵਾਦੀ ਉਹਦਾ ਫਾਇਦਾ ਲੈਂਦੇ ਆ, ਧੁੰਦਾਂ ਪੈਣ ਲੱਗ ਪਈਆਂ ਤਾਂ ਵੀ ਫਾਇਦਾ ਲੈਂਦੇ ਆ। ਉਹਨਾਂ ਨੂੰ ਘੁਸਪੈਠ ਕਰਾਉਣ ਦੇ ਵਿੱਚ ਫੌਜ ਜਿਹੜੀ ਆ ਉਹ LOC ਦੇ ਫਾਇਰਿੰਗ ਕਰਕੇ ਉਹਦੀ ਆੜ 'ਚ ਇਹਨਾਂ ਦੀ ਘੁਸਪੈਠ ਜਾਰੀ ਰਹਿੰਦੀ ਆ, ਉਹ ਵੀ ਬਹੁਤ ਨੁਕਸਾਨਦੇਹ ਸਾਬਤ ਹੁੰਦੀ ਹੈ ਜੀ। ਗੱਲਾਂ ਬਾਤਾਂ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਰਗਿੱਲ ਸਾਹਿਬ, ਅੱਜ 26 ਤਰੀਕ ਆ ਤੇ 3 ਮਹੀਨੇ ਹੋ ਗਏ ਕਿਸਾਨ ਅੰਦੋਲਨ ਨੂੰ ਚੱਲਦਿਆਂ। ਕੀ ਆ ਉੱਥੋਂ ਦੀ ਮੌਜੂਦਾ ਸਥਿਤੀ ਤੇ ਅੱਜ ਕੀ ਕੁਝ ਖਾਸ ਹੋਵੇਗਾ ਉੱਥੇ? ਪੂਰੇ 90 ਦਿਨ ਤੋਂ ਵੱਧ ਸਮਾਂ ਹੋ ਗਿਆ ਜੀ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਮੋਰਚਾ ਢਾਹ ਕੇ ਬੈਠਿਆਂ ਨੂੰ, ਔਰ ਪੂਰੀ ਬੁਲੰਦੀ ਦੇ ਵਿੱਚ ਆ। ਇਹਦੇ ਵਿੱਚ ਕੋਈ ਕਮੀ ਨਹੀਂ ਆਈ 90 ਦਿਨ ਦੇ ਦੌਰਾਨ ਵੀ। ਜੇ ਆਪਾਂ 26 ਦੇ ਘਟਨਾਕ੍ਰਮ ਨੂੰ ਇੱਕ ਪਾਸੇ ਕਰ ਦਈਏ ਤਾਂ ਫਿਰ ਉਹਦੇ ਸੰਦਰਭ 'ਚ ਦੇਖੀਏ ਤਾਂ ਉੱਥੇ ਇਹੋ ਜਿਹੀ ਕੋਈ ਜੋਸ਼ ਵਿੱਚ, ਹੋਸ਼ ਵਿੱਚ ਕੋਈ ਕਮੀ ਨਹੀਂ ਆਈ। ਪੂਰੀ ਤਰੀਕੇ ਨਾਲ ਡਟੇ ਹੋਏ ਆ ਕਿਸਾਨ। ਅੱਜ ਦਾ ਦਿਨ ਜਿਹੜਾ ਉਹਨਾਂ ਨੇ ਇਸੇ ਕਰਕੇ 3 ਮਹੀਨੇ ਪੂਰੇ ਹੋਣ ਤੇ ਨੌਜਵਾਨ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ ਕਿ ਜਿਹੜੀ ਅੱਜ ਦੀ ਸਾਰੇ ਦਿਨ ਦੀ ਸਟੇਜਾਂ ਹੋਣਗੀਆਂ ਬਾਰਡਰਾਂ ਦੇ ਉੱਤੇ ਕਿਸਾਨਾਂ ਦੀਆਂ, ਉਹ ਨੌਜਵਾਨਾਂ ਦੇ ਹਵਾਲੇ ਹੋਣਗੀਆਂ। ਉਹ ਆਪ ਦੇ ਵਿਚਾਰ ਪੇਸ਼ ਕਰਨਗੇ, ਜੋ ਵੀ ਉਹਨਾਂ ਨੇ ਤਕਰੀਰਾਂ ਦੇਣੀਆਂ, ਪ੍ਰਬੰਧ ਕਰਨਾ, ਜਿਵੇਂ ਵੀ ਕਰਨਾ ਉਹ ਨੌਜਵਾਨਾਂ ਨੇ ਕਰਨਾ ਸੀਗਾ। ਚੰਗੀ ਗੱਲ ਆ, ਕਿਉਂਕਿ ਨੌਜਵਾਨ ਵਰਗ ਪਹਿਲਾਂ ਤੋਂ ਹੀ ਨਾਲ ਆ। ਜੇ ਆਪਾਂ ਨੌਜਵਾਨ ਵਰਗ ਖੁਦ ਵੀ ਕਹਿੰਦਾ ਦੇਖਿਆ ਵੀ ਅਸੀਂ ਕਿਸਾਨਾਂ ਦੇ ਨਾਲ ਆ, ਤਾਂ ਕਿਸਾਨ ਆਗੂ ਵੀ ਕਹਿ ਰਹੇ ਆ ਕਿ ਅਸੀਂ ਵੀ ਨੌਜਵਾਨਾਂ ਦੇ ਪੂਰੀ ਤਰ੍ਹਾਂ ਨਾਲ ਆ। ਇਹਦਾ ਪ੍ਰਮਾਣ ਇਸ ਗੱਲ ਤੋਂ ਹੀ ਆ ਵੀ ਜਿੰਨੇ 26 ਵਾਲੇ ਦਿਨ ਤੋਂ ਬਾਅਦ ਦਿੱਲੀ ਪੁਲਿਸ ਨੇ ਫੜੇ ਆ, ਗ੍ਰਿਫਤਾਰ ਕੀਤੇ ਆ ਜਿਹੜੇ ਨੌਜਵਾਨ ਆ ਜਾਂ ਕਿਸਾਨ ਆ, ਉਹਨਾਂ ਦੀਆਂ ਜ਼ਮਾਨਤਾਂ ਕਿਸਾਨ ਆਗੂ, ਕਿਸਾਨ ਮੋਰਚਾ ਪੂਰੀ ਤਰੀਕੇ ਨਾਲ ਸਰਗਰਮੀ ਨਾਲ ਕਰ ਰਿਹਾ ਆ, ਪਲੱਸ ਦਿੱਲੀ ਕਮੇਟੀ ਕਰ ਰਹੀ ਆ, ਪਲੱਸ ਪੰਜਾਬ ਸਰਕਾਰ ਦੇ ਵਕੀਲ ਵੀ ਲੱਗੇ ਹੋਏ ਆ। ਉਹਨਾਂ ਦੇ ਦੌਰਾਨ ਹੀ 18 ਹੋਰ ਜਿਹੜੇ ਨੌਜਵਾਨ ਆ ਉਹਨਾਂ ਦੀ ਵੀ ਜ਼ਮਾਨਤਾਂ ਹੋਈਆਂ, ਉਹ ਆਉਂਦੇ ਦਿਨਾਂ 'ਚ ਰਿਹਾ ਹੋ ਜਾਣਗੇ। ਦਿੱਲੀ ਕਮੇਟੀ ਬਹੁਤ ਵੱਡਾ ਰੋਲ ਇਹਦੇ ਵਿੱਚ ਅਪਣਾ ਰਹੀ ਆ। ਉਸ ਤੋਂ ਬਾਅਦ ਜਿਹੜਾ ਅਗਲਾ 27 ਤਰੀਕ ਦਾ ਪ੍ਰੋਗਰਾਮ ਹੈ ਕਿਸਾਨਾਂ ਦਾ, ਉਹ ਰਵਿਦਾਸ ਜਯੰਤੀ ਆ। ਗੁਰੂ ਰਵਿਦਾਸ ਉਹਨਾਂ ਦਾ ਜਿਹੜਾ ਆ ਉਹ ਪ੍ਰਕਾਸ਼ ਦਿਵਸ ਮਨਾਇਆ ਜਾਣਾ ਆ। ਉਹ ਸਾਰੇ ਬਾਰਡਰਾਂ 'ਤੇ ਉਹਨਾਂ ਨੇ ਇਹ ਮਨਾ ਕੇ ਸ਼ਰਧਾ ਦੇ ਫੁੱਲ ਭੇਟ ਕਰਨੇ ਆ ਗੁਰੂ ਰਵਿਦਾਸ ਹੋਰਾਂ ਨੂੰ। ਇਹੋ ਜਿਹੇ ਪ੍ਰੋਗਰਾਮ ਦੇ ਵਿੱਚ ਹੀ 26 ਔਰ 27 ਦਾ ਜਿਹੜਾ ਉਹਨਾਂ ਨੇ ਸੱਦਾ ਦਿੱਤਾ ਸੀ, ਕਾਲ ਦਿੱਤਾ ਸੀਗਾ ਵੀ ਵੱਡੀ ਪੱਧਰ 'ਤੇ ਕਿਸਾਨ ਮੋਰਚਿਆਂ 'ਤੇ ਪਹੁੰਚੋ।
ਉਹਦੇ ਲਈ ਵੀ ਵਹੀਰਾਂ ਘੱਤ ਕੇ ਪੰਜਾਬ ਤੋਂ ਵੀ, ਹਰਿਆਣੇ ਤੋਂ, ਯੂਪੀ ਔਰ ਰਾਜਸਥਾਨ ਤੋਂ ਕਿਸਾਨਾਂ ਦੇ ਜਿਹੜੇ ਕਾਫਲੇ ਆ ਉਹ ਮੋਰਚਿਆਂ ਵੱਲ ਨੂੰ ਜਾ ਰਹੇ ਆ। 27 ਤਰੀਕ ਕੱਲ ਦਾ ਜਿਹੜਾ ਉਹਨਾਂ ਦਾ ਇੱਕ ਬਹੁਤ ਵੱਡੇ ਪੱਧਰ ਤੇ ਉਹ ਜਯੰਤੀ ਮਨਾਉਣੀ ਤਾਂ ਹੈਗੀ ਹੈ, ਪਲੱਸ ਉਹਨਾਂ ਨੇ ਇਸ ਨੂੰ ਵੀ ਮਨਾਉਣਾ ਹੈ ਕਿ ਸਾਡੇ ਇੱਥੇ 3 ਮਹੀਨੇ ਹੋ ਗਏ ਆ, ਸਰਕਾਰ ਕਿਸੇ ਗੱਲ ਤੇ ਆਉਂਦੀ ਨਹੀਂ ਆ, ਆਪਣੀ ਅੜੀ ਤੇ ਕਾਇਮ ਆ, ਮੰਨਣ ਨਹੀਂ ਰਹੀ ਸਾਡੀਆਂ ਮੰਗਾਂ। ਉਹਨੂੰ ਹੋਰ ਤਰੀਕੇ ਨਾਲ ਕਿਵੇਂ ਉਹਨੂੰ ਹੋਰ ਦਬਾਅ ਪਾਇਆ ਜਾ ਸਕਦਾ ਆ, ਵਧੀਆ ਤਰੀਕੇ ਨਾਲ ਕਿਵੇਂ ਸਰਕਾਰ ਦੇ ਉੱਤੇ ਹੋਰ ਪ੍ਰੈਸ਼ਰ ਬਣਾਇਆ ਜਾ ਸਕਦਾ, ਇਹਦੇ ਬਾਬਤ ਵੀ 27 ਔਰ 28 ਦੇ ਦੌਰਾਨ ਮੀਟਿੰਗਾਂ ਹੋ ਕੇ ਫਿਰ ਨਵੀਂ ਰਣਨੀਤੀ ਘੜ ਕੇ ਉਹਦਾ ਨਵਾਂ ਪ੍ਰੋਗਰਾਮ ਦਿੱਤਾ ਜਾਊਗਾ ਕਿਸਾਨਾਂ ਵੱਲੋਂ ਜੀ। ਸ਼ੇਰਗਿੱਲ ਸਾਹਿਬ, ਜਿਹੜੀ ਦਿੱਲੀ ਪੁਲਿਸ ਕਿਸਾਨਾਂ ਨੂੰ ਨੋਟਿਸ ਭੇਜ ਰਹੀ ਆ, ਉਹਨੂੰ ਲੈ ਕੇ ਵੀ ਕਿਸਾਨਾਂ 'ਚ ਬਹੁਤ ਗੁੱਸਾ ਆ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਇਹ ਨੋਟਿਸ ਭੇਜਣ ਦਾ ਦੌਰ 26-27 ਤੋਂ ਬਾਅਦ ਹੀ ਚੱਲਿਆ। ਪਹਿਲਾਂ NIA ਵਾਲਿਆਂ ਦਾ ਸੀਗਾ, ਉਹ ਉਸ ਗੱਲ ਨੂੰ ਲੈ ਕੇ ਸੀਗਾ ਵੀ ਫੰਡਿੰਗ ਹੋ ਰਹੀ ਆ ਜਾਂ ਇਹਨਾਂ ਦੇ ਲਿੰਕ ਕਿਸੇ ਹੋਰ ਵੱਖਵਾਦੀਆਂ ਨਾਲ ਆ, ਉਹਨੂੰ ਲੈ ਕੇ ਸੀ। ਪਰ ਜਿਹੜਾ ਹੁਣ ਦਾ ਨੋਟਿਸ ਆ ਉਹ ਦਿੱਲੀ ਪੁਲਿਸ ਭੇਜ ਰਹੀ ਆ। ਹੁਣ ਇਸ ਨੋਟਿਸਾਂ ਬਾਬਤ ਹੀ ਕਿਸਾਨ ਆਗੂਆਂ ਨੇ ਕਈ ਵਾਰੀ ਕਹਿ ਚੁੱਕੇ ਆ ਔਰ ਕਹਿ ਵੀ ਰਹੇ ਆ ਵੀ ਤੁਸੀਂ ਕਿਸੇ ਨੂੰ ਵੀ ਜੇ ਨੋਟਿਸ ਆਉਂਦਾ ਆ ਤਾਂ ਦਿੱਲੀ ਪੁਲਿਸ ਕੋਲ ਜਾ ਕੇ ਆਪਣੇ ਤੌਰ ਤੇ ਪੇਸ਼ ਨਹੀਂ ਹੋਣਾ ਜੀ। ਸਾਡੀ ਕਾਨੂੰਨੀ ਜਿਹੜੀ ਟੀਮ ਆ ਵਕੀਲਾਂ ਦੀ ਉਹ ਪੂਰੀ ਤਰ੍ਹਾਂ ਤਿਆਰ ਆ, ਪੈਨਲ ਬਣਾਇਆ ਹੋਇਆ ਆ। ਜਿਹਨੂੰ ਵੀ ਨੋਟਿਸ ਆਉਂਦਾ ਆ ਉਹ ਵਕੀਲ ਨਾਲ ਸੰਪਰਕ ਕਰਕੇ ਦੱਸੇ, ਉਹਦਾ ਹੱਲ ਜਾਂ ਉਹਨੂੰ ਪੈਰਵਾਈ ਕਿਵੇਂ ਕਰਨੀ ਆ, ਉਹਦਾ ਵੇ ਆਊਟ ਕਿਵੇਂ ਕੱਢਣਾ ਆ, ਉਹ ਵਕੀਲ ਦੇਖਣਗੇ। ਤੁਸੀਂ ਜਦੋਂ ਜਾ ਕੇ ਪੇਸ਼ ਹੁੰਦੇ ਆ ਤਾਂ ਦਿੱਲੀ ਪੁਲਿਸ ਕੁਦਰਤੀ ਆ ਵੀ ਉਹਨੇ ਗ੍ਰਿਫਤਾਰ ਕਰ ਹੀ ਲੈਣਾ ਹੁੰਦਾ ਆ। ਦਿੱਲੀ ਪੁਲਿਸ ਦਾ ਕਹਿਣਾ ਆ ਵੀ ਅਸੀਂ ਨੋਟਿਸ ਉਹਨਾਂ ਨੂੰ ਹੀ ਭੇਜ ਰਹੇ ਆ ਜਿਨ੍ਹਾਂ ਦੀਆਂ ਫੁਟੇਜ ਔਰ ਤਸਵੀਰਾਂ ਵੀਡੀਓ ਵਿੱਚ ਲਈਆਂ ਹੋਣ, ਜਾਂ ਜਿਹੜੀਆਂ 26 ਜਨਵਰੀ ਵਾਲੇ ਦਿਨ ਦੀਆਂ ਜਿਹੜੀਆਂ ਵੀ ਘਟਨਾਕ੍ਰਮ ਦੇ ਵਿੱਚ ਜੋ ਵੀ ਵਾਪਰਿਆ ਸੀਗਾ ਉਹਨਾਂ ਦੀਆਂ ਫੁਟੇਜ ਔਰ ਤਸਵੀਰਾਂ ਦੇ ਆਧਾਰ ਨੂੰ ਦੇਖ ਕੇ ਉਹਦੀ ਪਛਾਣ ਕਰਕੇ ਅਸੀਂ ਉਹਨਾਂ ਨੂੰ ਨੋਟਿਸ ਭੇਜ ਰਹੇ ਹਾਂ ਜੀ। ਚਾਹੀਦਾ ਤਾਂ ਦਿੱਲੀ ਪੁਲਿਸ ਨੂੰ ਇਹ ਵੀ ਆ ਵੀ ਉੱਥੇ ਹੁਣ ਲੱਖਾਂ ਦੀ ਗਿਣਤੀ 'ਚ ਗਏ ਸੀਗੇ, ਜੇ ਹੁਣ ਲੱਖਾਂ ਦੀ ਗਿਣਤੀ 'ਚ ਦੇ ਕੇ ਤੁਸੀਂ ਸਾਰਿਆਂ ਨੂੰ ਹੀ ਨੋਟਿਸ ਭੇਜੋਗੇ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਪਛਾਣ ਕਰ ਲਈ ਜਾਵੇ ਵੀ ਉਸ ਘਟਨਾਕ੍ਰਮ 'ਚ ਹੈ ਕੌਣ ਸੀ, ਨੇੜੇ ਸੀ, ਦੂਰ ਸੀ। ਕਈ ਤਾਂ ਐਸੇ ਆਗੂ ਕਿਸਾਨ ਆਗੂ ਆ ਜਿਹੜੇ ਉਧਰ ਨੂੰ ਗਏ ਵੀ ਨਹੀਂ, ਉਹਨਾਂ ਨੂੰ ਵੀ ਨੋਟਿਸ ਜਾਰੀ ਕਰ ਦਿੱਤੇ ਗਏ ਆ, ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ। ਦਿੱਲੀ ਪੁਲਿਸ ਵਾਲੇ ਵੀ ਕਿਸਾਨ ਅੰਦੋਲਨ ਨੂੰ ਇੱਕ ਕਿਸਮ ਨਾਲ ਦਬਾਉਣ ਲਈ ਇਹੋ ਜਿਹਾ ਜਿਹੜਾ ਪੈਂਤੜਾ ਵਰਤ ਰਹੇ ਆ ਤਾਂ ਕਿ ਇਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਸਕੇ, ਇਹਨਾਂ ਨੂੰ ਡਰਾਇਆ ਜਾ ਸਕੇ, ਧਮਕਾਇਆ ਜਾ ਸਕੇ। ਪਰ ਕਿਸਾਨ ਆਗੂਆਂ ਦਾ ਜਿਹੜਾ ਵਾਰ-ਵਾਰ ਅਪੀਲ ਇਹੀ ਆ, ਈਵਨ ਕਿ ਜਿਹੜੀ ਆਪਾਂ ਲੱਖੇ ਸਿਧਾਣੇ ਦੀ ਜਿਹੜੀ ਰੈਲੀ ਹੋਈ ਸੀ ਉਹਦੇ ਵਿੱਚ ਉਹਨੇ ਸਾਫ਼ ਸਪਸ਼ਟ ਕਿਹਾ ਸੀਗਾ ਵੀ ਇਹ ਸਿਰਫ ਤੇ ਸਿਰਫ ਜਿਹੜੀ ਦਿੱਲੀ ਪੁਲਿਸ ਦੀ ਦਮਨਕਾਰੀ ਨੀਤੀ ਆ, ਤੁਹਾਨੂੰ ਡਰਾਉਣ ਲਈ ਆ, ਕਿਸੇ ਗੱਲ ਦੀ ਡਰਨ ਦੀ ਲੋੜ ਨਹੀਂ ਆ। ਆਪਾਂ ਕੋਈ ਇਹੋ ਜਿਹਾ ਘਿਨੌਣਾ ਅਪਰਾਧ ਕੀਤਾ ਹੀ ਨਹੀਂ ਤਾਂ ਡਰੀਏ ਕਿਉਂ। ਸੋ ਇਹ ਨੋਟਿਸ ਜਿਹੜੇ ਆਉਂਦੇ ਆ ਉਹਦਾ ਜਵਾਬ ਕਿਸਾਨ ਜਿਹੜੇ ਸੰਯੁਕਤ ਮੋਰਚੇ ਵਾਲੇ ਆ ਉਹ ਆਪਣੇ ਤੌਰ ਤੇ ਦੇਣਗੇ। ਇਹਦਾ ਵਿਰੋਧ, ਇਹਦਾ ਰੋਸ ਬਹੁਤ ਵੱਡੀ ਪੱਧਰ ਤੇ ਹੋ ਰਿਹਾ ਆ। ਇਸੇ ਨੂੰ ਲੈ ਕੇ ਤਰਨਤਾਰਨ ਦੇ ਵਿੱਚ ਵੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ, ਹੈ ਤਾਂ ਇਹਨਾਂ ਦਾ ਹਿੱਸਾ ਨਹੀਂ, ਵੱਖਰੇ ਤੌਰ ਤੇ ਸਟੇਜ ਲਾਇਆ ਹੋਇਆ, ਪਰ ਮੀਟਿੰਗਾਂ ਦੇ ਵਿੱਚ ਜ਼ਰੂਰ ਕੇਂਦਰ ਸਰਕਾਰ ਦੇ ਵਿੱਚ ਜਾਂਦੇ ਹੁੰਦੇ ਆ। ਉਹਨਾਂ ਨੇ ਵੀ ਬਹੁਤ ਵੱਡੀ ਰੈਲੀ ਜਿਹੜੀ ਤਰਨਤਾਰਨ ਮਾਝੇ ਇਲਾਕੇ 'ਚ ਕੀਤੀ ਆ, ਬਹੁਤ ਜ਼ਿਆਦਾ ਇਕੱਠ ਸੀ ਉੱਥੇ, ਜਿਹਦੇ ਵਿੱਚ ਉਹਨਾਂ ਨੇ ਇਹ ਤਕਰੀਰਾਂ ਕੀਤੀਆਂ ਵੀ ਦਿੱਲੀ ਪੁਲਿਸ ਜਿਹੜੀ ਨੋਟਿਸ ਭੇਜ ਕੇ ਡਰਾ ਕੇ ਗ੍ਰਿਫਤਾਰੀਆਂ ਦਾ ਡਰ ਦੇ ਕੇ ਸਾਨੂੰ ਇਹ ਧਮਕਾਉਣਾ ਚਾਹੁੰਦੀ ਆ ਵੀ ਕਿਸਾਨ ਅੰਦੋਲਨ ਛੇਤੀ ਖਤਮ ਹੋ ਜਾਏ। ਉਹਨਾਂ ਵੱਲੋਂ ਵੀ ਹੁਣ ਇਹ ਐਲਾਨ ਹੋਇਆ ਵੀ ਆਉਂਦੇ ਦਿਨਾਂ ਦੇ ਵਿੱਚ ਮਾਰਚ ਦੇ ਪਹਿਲੇ ਦੂਜੇ ਹਫ਼ਤੇ ਬਹੁਤ ਵੱਡੀ ਪੱਧਰ ਤੇ ਕਾਫਲੇ ਬਣ ਕੇ ਮਾਝੇ ਵੱਲੋਂ ਵੀ ਦਿੱਲੀ ਦੇ ਮੋਰਚਿਆਂ ਤੇ ਕਿਸਾਨ ਜਾਣਗੇ ਜੀ। ਸ਼ੇਰਗਿੱਲ ਸਾਹਿਬ, ਜੇ ਗੱਲ ਕਰੀਏ ਮੁਲਕ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ, ਤੇ ਫਿਰ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਕਿਸਾਨ 1.5 ਸਾਲ ਵਾਲੀ ਤਜਵੀਜ਼ ਤੇ ਵਿਚਾਰ ਕਰ ਲੈਣ, ਸਰਕਾਰ ਗੱਲ ਕਰਨ ਲਈ ਤਿਆਰ ਆ ਜੇਕਰ ਕਿਸਾਨਾਂ ਕੋਲ ਕੋਈ ਗੱਲ ਕਰਨ ਲਈ ਬਿੰਦੂ ਹੈਗਾ। ਇਹ ਤੋਤੇ ਵਾਂਗ ਰੱਟੀਆਂ ਰਟਾਈਆਂ ਇੱਕੋ ਹੀ ਗੱਲਾਂ ਕਿਉਂ ਕਰੀ ਜਾ ਰਹੇ ਆ? ਜਿਹੜੀ ਗੱਲ ਕਿਸਾਨ ਸੁਣਨਾ ਚਾਹੁੰਦੇ ਨੇ ਉਹ ਕਿਉਂ ਨਹੀਂ ਕਰਦੇ? ਨਹੀਂ, ਉਹ ਫਿਰ ਉਹ ਕਿਸਾਨਾਂ ਦੀ ਗੱਲ ਹੋ ਜਾਣੀ ਨਾ, ਇਹ ਤਾਂ ਹੁਣ ਆਪਣੀ ਮਨ ਕੀ ਬਾਤ ਕਰਨਗੇ, ਕਿਸਾਨਾਂ ਦੀ ਬਾਤ ਨਹੀਂ ਨਾ ਕਰਨਗੇ। ਇਸੇ ਕਰਕੇ ਆਪ ਦੀਆਂ ਹੀ ਜਿਹੜੀਆਂ ਰਟੀਆਂ ਰਟਾਈਆਂ ਗੱਲਾਂ ਆ, ਇੱਕੋ ਅੜੀ ਫੜੀ ਹੋਈ ਆ ਵੀ ਇਹ ਕਿਸਾਨਾਂ ਦੇ ਭਲੇ ਲਈ ਆ। ਮੁੜ ਉਹੀ ਬੀਨ ਵਜਾਈ ਮੁੜ ਕੇ ਉਹੀ ਦੱਸ ਰਹੇ ਆ ਵੀ ਕਿਸਾਨਾਂ ਦੇ ਭਲੇ ਲਈ ਆ। ਵੀ ਵਾਰ-ਵਾਰ ਤੁਹਾਨੂੰ ਕਿਸਾਨ ਰੱਦ ਕਰ ਚੁੱਕੇ ਆ ਵੀ ਸਾਨੂੰ ਭਲਾ ਨਹੀਂ ਚਾਹੀਦਾ, ਸਾਡੇ ਵਾਸਤੇ ਇਹੋ ਜਿਹਾ ਕੰਮ ਨਾ ਕਰੋ, ਸਾਨੂੰ ਲੋੜ ਹੀ ਨਹੀਂ ਹੈਗੀ। ਫਿਰ ਉਹਨੂੰ ਬਾਰ-ਬਾਰ ਦਰਸਾਈ ਜਾਣਾ ਵੀ ਨਹੀਂ ਇਹ ਜੀ ਕਿਸਾਨਾਂ ਦੇ ਭਲੇ ਲਈ ਆ, ਕਿਸਾਨਾਂ ਦੇ ਭਲੇ ਲਈ ਆ, ਤੇ ਉਹ ਲੱਗਦਾ ਹੈ ਵੀ ਸਰਕਾਰ ਅਜੇ ਟਸ ਤੋਂ ਮਸ ਨਹੀਂ ਹੋਣ ਵਾਲੀ। ਨਰਿੰਦਰ ਤੋਮਰ ਦੇ 2-3 ਦਿਨ ਦੇ ਵਿੱਚ ਲਗਾਤਾਰ ਇਹੋ ਹੀ ਬਿਆਨ ਆ ਵੀ ਤੁਸੀਂ ਜਿਹੜੇ ਤੁਹਾਨੂੰ ਤਜਵੀਜ਼ ਦਿੱਤੀ ਹੋਈ ਆ 1.5 ਸਾਲ ਦੀ, ਉਹਦੇ ਤੇ ਵਿਚਾਰ ਕਰ ਲਓ, ਫਿਰ ਅਸੀਂ ਗੱਲਬਾਤ ਕਰਦੇ ਹਾਂ। ਦੇਖੋ ਹੁਣ ਗੱਲਬਾਤ ਲਈ ਸਰਕਾਰ ਵੀ ਕਹਿ ਰਹੀ ਆ ਗੱਲਬਾਤ ਕਰਦੇ ਹਾਂ, ਕਿਸਾਨ ਵੀ ਕਹਿ ਰਹੇ ਆ ਵੀ ਅਸੀਂ ਗੱਲਬਾਤ ਲਈ ਤਿਆਰ ਆ, ਜਦੋਂ ਮਰਜ਼ੀ ਸੱਦੋ। ਪਰ ਜਿਹੜੀ ਅੰਦਰੂਨੀ ਗੱਲ ਇਹ ਨਿਕਲ ਕੇ ਆਈ ਆ ਵੀ ਹੁਣ ਸਰਕਾਰ ਯੂਪੀ ਦੇ ਵਿੱਚ ਹੋ ਰਹੀਆਂ ਮਹਾਪੰਚਾਇਤਾਂ, ਰਾਜਸਥਾਨ, ਹਰਿਆਣੇ 'ਚ ਹੋ ਰਹੀਆਂ, ਉਹਦੇ ਤੋਂ ਪਰੇਸ਼ਾਨ ਹੋ ਗਈ ਜਾਪਦੀ ਆ, ਜਿਹਦੇ ਕਰਕੇ ਉਹਨੇ ਅੰਦਰ ਖਾਤੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਆ। ਇਹ ਵੀ ਅੰਦਰਲੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆ। ਕਿਸਾਨਾਂ ਦੀ ਇਹਦੀ ਪੁਸ਼ਟੀ ਵੀ ਕੀਤੀ ਆ ਵੀ ਇਹਦੇ ਵਿੱਚ ਖੇਤੀ ਮੰਤਰਾਲੇ ਦੇ ਅਧਿਕਾਰੀ, ਪੁਲਿਸ ਦੇ ਅਧਿਕਾਰੀ, ਇਸ ਦੇ ਨਾਲ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਕਿਸਾਨਾਂ ਦੇ ਨਾਲ ਅੰਦਰ ਖਾਤੇ ਗੱਲਬਾਤ ਕਰ ਰਹੇ ਆ।
ਵੀ ਇਹਨੂੰ ਕਿਸੇ ਤਰੀਕੇ ਨਾਲ ਨਵੀਂ ਜਿਹੜੀ ਉਹ ਤਰੀਕ ਦਿੱਤੀ ਜਾ ਸਕੇ, ਕਿਸਾਨਾਂ ਨੂੰ ਦੁਬਾਰਾ ਗੱਲਬਾਤ ਲਈ ਮੇਜ਼ ਤੇ ਲਿਆਂਦਾ ਜਾ ਸਕੇ। ਇਹ ਅੰਦਰ ਖਾਤੇ ਜ਼ਰੂਰ ਗੱਲ ਚੱਲ ਰਹੀ ਆ, ਬੇਸ਼ੱਕ ਬਾਹਰ ਉਹ ਇਹੋ ਜਿਹਾ ਪ੍ਰਗਟਾਵਾ, ਇਹੋ ਜਿਹਾ ਦ੍ਰਿਸ਼ ਪੇਸ਼ ਕਰਨਾ ਚਾਹੁੰਦੀ ਆ ਵੀ ਦੇਖੋ ਸਾਨੂੰ ਕੋਈ ਫਰਕ ਨਹੀਂ ਹੈਗਾ ਜੀ, ਜਿੰਨਾ ਚਿਰ ਬੈਠੇ ਰਹਿਣ ਦਿਓ। ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਤੁਹਾਡੇ ਭਲੇ ਲਈ ਕੀਤਾ ਆ, ਤੁਸੀਂ ਇਹਦੀ ਮੰਨੋ ਨਾ ਮੰਨੋ, ਅਸੀਂ ਤੁਹਾਡਾ ਭਲਾ ਕਰਨਾ ਹੀ ਕਰਨਾ। ਸਰਕਾਰ ਦੀ ਤਾਂ ਕਹਿਣੀ ਇਹ ਹੋਈ ਨਾ ਵੀ ਤੁਸੀਂ ਚਾਹੇ ਮੰਨੋ ਚਾਹੇ ਨਾ ਮੰਨੋ, ਅਸੀਂ ਤਾਂ ਤਹਈਆ ਕੀਤਾ ਆ ਵੀ ਤੁਹਾਡਾ ਭਲਾ ਅਸੀਂ ਕਰਨਾ ਹੀ ਆ। ਹੁਣ ਪਤਾ ਨਹੀਂ ਉਹ ਕਿਸ ਤਰੀਕੇ ਨਾਲ ਭਲਾ ਕਰਦੇ ਆ, ਨਾਲੇ ਤਾਂ ਭਲਾ ਕਰਦੇ, ਨਾਲੇ ਕਹਿੰਦੇ ਵੀ 1.5 ਸਾਲ ਅਸੀਂ ਇਹਨੂੰ ਅਮਲ ਤੋਂ ਰੋਕ ਦਿੰਦੇ ਆ। ਫਿਰ ਭਲੇ ਵਾਲੀ ਗੱਲ ਤਾਂ ਫਿਰ 1.5 ਸਾਲ ਕਿੱਥੇ ਜਾਊਗੀ? ਇਹਦਾ ਮਤਲਬ 1.5 ਸਾਲ ਉਹ ਕਹਿੰਦੇ ਤੁਹਾਡਾ ਭਲਾ ਨਹੀਂ ਅਸੀਂ ਕਰਨਾ, 1.5 ਸਾਲ ਤੋਂ ਬਾਅਦ ਫਿਰ ਦੇਖਾਂਗੇ। ਸੋ ਗੱਲਬਾਤ ਦਾ ਜਿਹੜਾ ਹੈ ਖੜੋਤ ਆਈ ਪਈ ਆ, ਇਹਨੂੰ ਤੋੜਨਾ ਪਊਗਾ, ਗਾਹਾਂ ਚੱਲਣੀ ਪਊਗੀ। ਤਾਂ ਹੀ ਆ ਕਿਸਾਨ ਕਹਿ ਰਹੇ ਵੀ ਅਸੀਂ ਨਹੀਂ ਭੱਜਦੇ ਕਿਸੇ ਗੱਲ ਤੋਂ, ਅਸੀਂ ਬਿਲਕੁਲ ਗੱਲਬਾਤ ਲਈ ਤਿਆਰ ਆ, ਪਰ ਕਿਸੇ ਦੇ ਦਬਾਅ ਹੇਠ ਨਹੀਂ ਅਸੀਂ ਗੱਲ ਕਰਾਂਗੇ। ਜੇ ਤੁਸੀਂ ਕਹੋ ਵੀ ਨੋਟਿਸ ਦਿਖਾਲ ਕੇ, ਗ੍ਰਿਫਤਾਰੀਆਂ ਪਾ ਕੇ, ਇਹੋ ਜਿਹਾ ਦਬਾਅ ਪਾ ਕੇ ਗੱਲਬਾਤ ਲਈ ਸੱਦੂਗੇ, ਉਹ ਤਾਂ ਨਹੀਂ ਅਸੀਂ ਆਉਣ ਵਾਲੇ। ਤੁਸੀਂ ਜਦੋਂ ਸੱਦਾ ਦਿਓ ਬਕਾਇਦਾ ਪ੍ਰੋਪਰਲੀ ਵੇ, ਜਿੱਦਾਂ ਪਹਿਲਾਂ ਸੱਦਾ ਦਿੰਦੇ ਰਹੇ ਆ, ਤਜਵੀਜ਼ ਭੇਜੋ ਕੋਈ, ਅਸੀਂ ਉਸੇ ਵੇਲੇ ਆਉਣ ਨੂੰ ਤਿਆਰ ਆ। ਪਰ ਤੋਮਰ ਸਾਹਿਬ ਕਹਿ ਰਹੇ ਆ ਵੀ ਤੁਸੀਂ ਸਾਡੀ ਤਜਵੀਜ਼ ਤੇ ਵਿਚਾਰ ਕਰਕੇ ਫੇਰ ਦੱਸੋ, ਫੇਰ ਅਸੀਂ ਗੱਲਬਾਤ ਕਰਦੇ ਆ। ਇਹ ਦੋਨਾਂ ਦੇ ਇੱਕ ਦੂਜੇ ਆਪਾਂ ਵਿਰੋਧੀ ਗੱਲ ਚੱਲਦੀ ਆ। ਸਮਝਾਉਣ ਦੀ ਯਤਨ ਘੱਟੇ ਕਰ ਰਿਹਾ ਆ, ਆਪਣੀ ਗੱਲ ਦੱਸਣ ਦਾ ਜ਼ਿਆਦਾ ਯਤਨ ਹੋ ਰਿਹਾ ਜੀ। ਸ਼ੇਰਗਿੱਲ ਸਾਹਿਬ, ਮੈਂ ਪਹਿਲੀ ਵਾਰੀ ਦੇਖਿਆ ਕਿ ਕੋਈ ਇੰਨੀ ਜ਼ਬਰਦਸਤੀ ਕਿਸੇ ਦਾ ਭਲਾ ਕਰ ਰਿਹਾ। ਦੇਖ ਲਓ, ਨਾਲੇ ਉਹ ਵੀ ਇਸ ਦੌਰ ਦੇ ਵਿੱਚ ਨਾ, ਕਲਯੁਗ ਦੇ ਵਿੱਚ ਬੰਦਾ ਕਿਸੇ ਦਾ ਜ਼ਬਰਦਸਤੀ ਭਲਾ ਕਰਦਾ ਦੇਖਿਆ ਜੀ। ਤੇ ਕਿੰਨੀ ਚੰਗੀ ਸਰਕਾਰ ਹੈ, ਆਪਾਂ ਇਹਨੂੰ ਨਿੰਦਦੇ ਰਹਿੰਦੇ ਰੋਜ਼। ਬਿਲਕੁਲ। ਜੇ ਰਾਕੇਸ਼ ਟਕੈਤ ਦੀ ਗੱਲ ਕਰੀਏ ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਇੱਕ ਵੱਖਰੇ ਟਰੈਕ ਤੇ ਜਾ ਰਹੇ ਨੇ? ਦੇਖੋ, ਰਾਕੇਸ਼ ਟਕੈਤ ਬੇਬਾਕ ਔਰ ਖੁੱਲ੍ਹ ਦਿਲੇ ਨਾਲ ਵਾਸਟ ਗੱਲਾਂ ਕਰਨ ਵਾਲੇ ਇਨਸਾਨ ਆ, ਕਿਸਾਨ ਆਗੂ ਆ। ਮਹਿੰਦਰ ਸਿੰਘ ਟਕੈਤ ਵੀ ਐਂ ਹੀ ਹੁੰਦੇ ਸੀਗੇ। ਉਹਨਾਂ ਨੇ ਹੁਣ ਦੇਖੋ ਪਹਿਲਾਂ ਤਾਂ ਕਹਿਤਾ ਸੀਗਾ ਵੀ ਜੇ ਕਿਸਾਨਾਂ ਨੂੰ ਇੱਕ ਫਸਲ ਦੀ ਕੁਰਬਾਨੀ ਦੇਣੀ ਪਈ ਤੇ ਉਹ ਵੀ ਦੇਾਂਗੇ, ਤੇ ਉਹਦਾ ਮੈਸੇਜ ਕੀ ਗਿਆ ਵੀ ਕਿਸਾਨਾਂ ਨੇ ਆਪਣੀਆਂ ਫਸਲਾਂ ਵਾਹੁਣੀਆਂ ਸ਼ੁਰੂ ਕਰ ਦਿੱਤੀਆਂ। ਜੀਂਦ ਵਿੱਚ ਦੇਖ ਲਓ, ਭਵਾਨੀ ਵਿੱਚ ਦੇਖ ਲਓ, ਆਪਣੇ ਪੰਜਾਬ ਵਿੱਚ ਮਲੋਟ ਇਲਾਕੇ 'ਚ ਹੋ ਗਿਆ, ਫਿਰੋਜ਼ਪੁਰ ਇਲਾਕੇ 'ਚ ਹੋ ਗਿਆ। ਫਿਰ ਮਗਰੋਂ ਕਹਿੰਦੇ ਮੇਰਾ ਇਹ ਮਤਲਬ ਵੀ ਨਹੀਂ ਸੀ। ਫਿਰ ਉਹ ਬੈਕ ਟਰੈਕ ਵੀ ਕਰ ਲੈਂਦੇ ਆ ਵੀ ਮੈਂ ਇਦਾਂ ਨਹੀਂ ਕਿਹਾ। ਪਰ ਉਹਦਾ ਸਪਸ਼ਟੀਕਰਨ ਜਿਹੜਾ ਆ ਉਹ ਗੁਰਨਾਮ ਸਿੰਘ ਚੜੂਨੀ ਨੇ ਦਿੱਤਾ ਆ। ਉਹਨਾਂ ਨੇ ਕਿਹਾ ਵੀ ਟਕੈਤ ਸਾਹਿਬ ਨੇ ਕਦੋਂ ਕਿਹਾ ਤੁਹਾਨੂੰ ਵੀ ਤੁਸੀਂ ਫਸਲਾਂ ਵਾਹ ਦਿਓ? ਉਹਨਾਂ ਨੇ ਤਾਂ ਇਹ ਕਿਹਾ ਵੀ ਜੇ ਇਹੋ ਜਿਹੀ ਸਥਿਤੀ ਆਈ ਤਾਂ ਆਪਾਂ ਫਸਲਾਂ ਨੂੰ ਵੀ ਕੁਰਬਾਨ ਕਰਨ ਲਈ ਤਿਆਰ ਰਹੀਏ ਆਉਣ ਵਾਲੇ ਸਮੇਂ ਦੇ ਵਿੱਚ। ਐਂ ਤਾਂ ਕਹਿੰਦਾ ਅਸੀਂ ਕਹਿ ਰਹੇ ਤੁਹਾਨੂੰ ਵੀ ਆਉਣ ਵਾਲੇ ਸਮੇਂ 'ਚ ਜੇਲ੍ਹ ਜਾਣ ਲਈ ਵੀ ਤਿਆਰ ਰਹੋ। ਜੇਲ੍ਹ ਗਏ ਤਾਂ ਨਹੀਂ ਨਾ। ਕਿਸਾਨ ਭਾਵੁਕ ਹੁੰਦੇ ਆ, ਕਿਸਾਨਾਂ ਦਾ ਜਿਹੜਾ ਆ ਉਹ ਆਗੂਆਂ ਦੇ ਉੱਤੇ ਬਹੁਤ ਨਿਰਭਰ ਕਰਦੇ ਆ। ਉਹਨਾਂ ਦੀ ਗੱਲ ਇਸ ਤਰੀਕੇ ਨਾਲ ਲੈ ਲੈਂਦੇ ਆ ਵੀ ਜੋ ਉਹਨਾਂ ਨੇ ਕਿਹਾ ਉਹ ਮੰਨਣਾ ਹੀ ਮੰਨਣਾ, ਔਰ ਮੰਨਦੇ ਵੀ ਆਏ ਆ। ਟਕੈਤ ਇੱਕ ਕਿਸਮ ਨਾਲ ਜਿਹੜੀ ਇੱਧਰਲੀ ਲੀਹ ਤੇ ਤੁਰੇ ਹੋ ਆ, ਉਹ ਹੁਣ ਸੰਯੁਕਤ ਕਿਸਾਨ ਮੋਰਚਾ ਉਹਨੂੰ ਨਹੀਂ ਮੰਨਦਾ। ਟਕੈਤ ਸਾਹਿਬ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਅਸੀਂ ਸੰਸਦ ਵੱਲ ਮਾਰਚ ਕਰਾਂਗੇ। ਹੁਣ ਜਿਹੜਾ ਅਗਲਾ ਪ੍ਰੋਗਰਾਮ ਸਾਡਾ ਉਹ ਸੰਸਦ ਦਾ ਹੋਊਗਾ। ਸੰਯੁਕਤ ਕਿਸਾਨ ਮੋਰਚਾ ਕਹਿੰਦਾ ਵੀ ਨਹੀਂ ਹਜੇ ਸਾਡਾ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਹੈਗਾ। ਟਕੈਤ ਸਾਹਿਬ ਕਹਿੰਦੇ ਵੀ ਇੰਡੀਆ ਗੇਟ ਦੇ ਕੋਲ ਜਿੰਨੇ ਵੀ ਪਾਰਕ ਆ ਉਹਨੂੰ ਵਾਹ ਕੇ ਉਹਦੇ ਫਸਲ ਬੀਜ ਦਿਆਂਗਾ। ਉਹ ਵੀ ਹੁਣ ਸੰਯੁਕਤ ਕਿਸਾਨ ਮੋਰਚਾ ਉਹਦੇ ਤੋਂ ਆਪਣਾ ਪਾਸਾ ਵੱਟ ਰਿਹਾ। ਫਿਰ ਉਹ ਕਹਿ ਰਹੇ ਵੀ ਪਾਰਲੀਮੈਂਟ ਦੇ ਮੂਹਰੇ ਜਿਹੜੇ ਆ ਪਾਰਕ ਬਣੇ ਆ ਜਾਂ ਲਾਉਣ ਆ, ਉੱਥੇ ਵੀ ਅਸੀਂ ਵਾਹ ਕੇ ਉਹਨੂੰ ਫਸਲਾਂ ਬੀਜਾਂਗੇ। ਟਕੈਤ ਸਾਹਿਬ ਜੇ ਇਹੋ ਜਿਹੀ ਗੱਲ ਕਰਦੇ ਆ ਤੇ ਉਹਨੂੰ ਘੱਟੋ ਘੱਟ ਜਿੰਨੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਨਾਲ ਵਿਚਾਰ ਕਰਕੇ ਸਾਰਾ ਕੁਝ ਦੇਖ ਕੇ ਸੁਣ ਕੇ ਕਰਕੇ ਫੇਰ ਹੀ ਬੋਲਣਾ ਚਾਹੀਦਾ ਤਾਂ ਕਿ ਇਹਦਾ ਮੈਸੇਜ ਸਹੀ ਤਰੀਕੇ ਨਾਲ ਜਾ ਸਕੇ। ਜਦੋਂ ਆਪਾਂ ਪਹਿਲਾਂ ਹੀ ਆਪਣੀ ਕਿਸੇ ਵੀ ਰਣਨੀਤੀ ਨੂੰ ਲੀਕ ਕਰ ਦਿੰਦੇ ਆ ਤੇ ਇਹਦੇ ਨਾਲ ਇਹ ਹੁੰਦਾ ਆ ਕਿ ਸਰਕਾਰ ਵੀ ਚੁਕੰਨੀ ਹੋ ਜਾਂਦੀ ਆ। ਜਿੰਨਾ ਚਿਰ ਸਾਰੀਆਂ 40 ਕਿਸਾਨ ਜਥੇਬੰਦੀਆਂ ਦੇ ਆਗੂ ਆ ਜਦੋਂ ਇੱਕ ਮੈਸੇਜ ਦਿੰਦੀ ਹੁੰਦੀ ਸੀ ਮੀਟਿੰਗ ਕਰਕੇ ਜਾਂ ਕੋਈ ਫੈਸਲਾ ਦਿੰਦੀ ਹੁੰਦੀ ਸੀ, ਉਹ ਸਾਰਿਆਂ 'ਤੇ ਲਾਗੂ ਹੁੰਦਾ ਸੀ। ਜਦੋਂ ਇੱਕ ਬੰਦਾ ਬੋਲਦਾ ਹੈ ਤਾਂ ਫਿਰ ਬਾਕੀ ਕਿਸਾਨ ਆਗੂਆਂ ਨੂੰ ਵੀ ਉਹਦੇ ਪ੍ਰਤੀ ਫਿਰ ਸਪਸ਼ਟੀਕਰਨ ਦੇਣਾ ਪੈਂਦਾ ਆ। ਸੋ ਟਕੈਤ ਸਾਹਿਬ ਇੱਕ ਵੱਖਰੀ ਟਰੈਕ ਲੈ ਕੇ ਨਾ ਤੁਰਨ, ਸਗੋਂ ਕਿ ਇਹਨਾਂ ਦੇ ਨਾਲ ਇਕਜੁੱਟਤਾ ਰੱਖ ਕੇ ਚੱਲਣ। ਕਹਿੰਦੇ ਤਾਂ ਇਹ ਸੀਗੇ ਵੀ ਪੰਜਾਬ ਦੇ ਕਿਸਾਨ ਹੀ ਮੋਹਰੀ ਰਹਿਣਗੇ, ਅਸੀਂ ਉਹਨਾਂ ਦੇ ਪਿੱਛੇ ਰਹਿਣਾ, ਅਗਵਾਈ ਇਹ ਕਰਨਗੇ। ਸੋ ਹੁਣ ਉਹਨਾਂ ਦੀ ਮੀਟਿੰਗਾਂ ਦੇ ਵਿੱਚ ਜੋ ਗੱਲਬਾਤ ਹੁੰਦੀ ਆ ਉਹੀ ਗੱਲ ਕਰਨ ਤਾਂ ਹੀ ਚੰਗਾ ਆ, ਕਿਉਂਕਿ ਅੰਦੋਲਨ ਦਾ ਜਿਹੜਾ ਆ ਨਤੀਜਾ ਇਹ ਇਕਜੁੱਟਤਾ ਨਾਲ ਹੀ ਨਿਕਲਦਾ ਜੀ। ਸ਼ੇਰਗਿੱਲ ਸਾਹਿਬ, ਤੁਸੀਂ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੇ ਨੇ। ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।